ਸਭਨਾ ਦਾ ਵੇਸਾਹੋ। ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪਹਿਲਾ। असुर सघारण राम हमारा, घट घट रमैया राम प्यारा। नाले अलख ना लखिए मूले, गुरमुख लिख विचारा है। असुर सघारण राम हमारा, घट घट रमैया राम प्यारा। नाले अलख ना लखिए मूले, गुरमुख लिख विचारा है। गुरमुख साधु शरण तुम्हारी, कर कृपा प्रभ पार उतारी। आगन पानी सागर अत गहरा, गुर सपा उतारा है। मन मुख अंधले सोजी नाही, आवह जाहे मरह मर जाही। पूरब लिखया लेख न मिटई, जमदर अंध खुआरा है। एक आवह जावह कर वास न पावह, किरत के बांधे पाप कमावह। अंधले सोजी बूझ ना काई, लोभ बुरा अहंकारा। प्य बिना क्या तिस धन सिगारा, पर पिर राती खबिसारा। जो बेसवा पूत बाप को कहिए, त्यों फोकट कार विकारा है। प्रेत पिंजर मह दुख कन्हेरे, नरक पचह अज्ञान अंधेरे। धर्म राय की बाकी लीजै, जिन हर का नाम विसारा है। सूरज तपै अगन बिख चाला, अपत पशु मन मुख बेताला। आसा मनसा कूड़ कमावह, रोग बुरा बुरियारा है। मस्तक पार कलर सिर भारा, क्यों कर भव जल लंघ सपारा। सतगुर बोहिथ आद जुगादी, राम नाम निस्तारा है। पुत्र कलतर जग हेत प्यारा, माया मोह पसरिया पासारा। जम के फाहे सतगुर तोड़े, गुरमुख तत् विचारा है। कूड़ मुट्ठी चालै बहराही, मन मुख दाजै पढ़ पढ़ पाही। अमृत नाम गुरु वडदाना, नाम जपो सुख सारा है। सतगुर तुठा सच दिरड़ाए, सब दुख मेटे मार्ग पाए। कंडा पाए ना गड्डई मूले, जिस सतगुर राखण हारा है। खेहू खेअरल तन छीजै, मन मुख पाथर सैल ना पीजै। करण पलाव करे बहु तेरे, नरक सुरग अवतारा है। माया बिख पयंगम नाले, इन दुबदा घर बहुते गाले। सतगुर बाजो प्रीत ना उपजै,
ਭਗਤ ਰਤੇ ਪਤਿਆਰਾਏ। ਸਾਕਤ ਮਾਇਆ ਕੋ ਬਹੁਤ ਹਾਵੈ, ਨਾਮ ਵਿਸਾਰ ਕਹਾਂ ਸੁਖ ਪਾਵੈ। ਤ੍ਰਿਹੁ ਗੁਣ ਅੰਤਰ ਖਪੈ ਖਪਾਵੈ, ਨਾਹੀ ਪਾਰ ਉਤਾਰਾਏ। ਕੂਕਰ ਸੂਕਰ ਕਹੀਐ ਕੂੜਿਆਰਾ, ਭੌਕ ਮਰੈ ਭਉ 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 ਹਾਰਾ। ਮਨ ਤਨ ਝੂਠੇ ਕੂੜ ਕਮਾਵਹਿ, ਦੁਰਮਤ ਦਰਗਹ ਹਾਰਾ ਹੈ। ਸਤਿਗੁਰ ਮਿਲੈ ਤਾ ਮਨੁਆ ਟੇਕੈ, ਰਾਮ ਨਾਮ ਦੇ ਸਰਣ ਪਰਿਕੈ। ਹਰ ਤਨ ਨਾਮ ਅਮੋਲਕ ਦੇਵੈ, ਹਰ ਜਸ ਦਰਗਹ ਪਿਆਰਾ ਹੈ। ਰਾਮ ਨਾਮ ਸਾਧੂ ਸਰਣਾਈ, ਸਤਿਗੁਰ ਬਚਨੀ ਗਤ ਮਿਤ ਪਾਈ। ਨਾਨਕ ਹਰ ਜਪ ਹਰ ਮਨ ਮੇਰੇ, ਹਰ ਮੇਲੇ ਮੇਲਣ ਹਾਰਾਏ। ਰਾਮ ਨਾਮ ਸਾਧੂ ਸਰਣਾਈ, ਸਤਿਗੁਰ ਬਚਨੀ ਗਤ ਮਿਤ ਪਾਈ। ਨਾਨਕ ਹਰ ਜਪ ਹਰ ਮਨ ਮੇਰੇ, ਹਰ ਮੇਲੇ ਮੇਲਣ ਹਾਰਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਦਿ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ 'ਚ ਜੁੜ ਬੈਠੀ ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਕੀ ਸਾਜੀ ਔਰ ਨਿਵਾਜੀ ਹੋਈ ਗੁਰੂ ਖਾਲਸਾ ਸਾਧ ਸੰਗਤ ਜੀਓ, ਧੰਤਾ ਦੇ ਪਾਤਰ ਹੋ ਕੇ ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ 'ਚ ਜੁੜ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਗੁਰਬਾਣੀ ਦੇ ਸ਼ਬਦ ਕੀਰਤਨ ਆਪ ਜੀ ਨੇ ਸਰਵਣ ਕੀਤੇ ਹਨ। ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਅੱਜ ਦੇ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਦੀ ਦਾਤ ਸਾਨੂੰ ਸਾਰਿਆਂ ਨੂੰ ਬਖਸ਼ਿਸ਼ ਕੀਤੀ ਹੈ। ਮਾਰੂ ਸੋਲਿਆਂ ਵਿੱਚੋਂ ਸਤਿਗੁਰਾਂ ਨੇ ਅੱਜ ਦਾ ਪਾਵਨ ਪਵਿੱਤਰ ਸ਼ਬਦ ਸਾਨੂੰ ਬਖਸ਼ਿਸ਼ ਕੀਤਾ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪਵਿੱਤਰ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਵਸਾਉਂਦਿਆਂ ਰਸਨਾ ਨੂੰ ਪਵਿੱਤਰ ਕਰਦਿਆਂ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪਹਿਲਾ। ਅਸੁਰ ਸੰਘਾਰਣ ਰਾਮ ਹਮਾਰਾ। ਮਾਰੂ ਰਾਗ ਹੈ, ਜੰਗੀ ਰਾਗ ਹੈ। ਜੰਗਾਂ ਯੁੱਧਾਂ ਦੇ ਸਮੇਂ ਰਣ ਭੂਮੀ ਵਿੱਚ ਮਾਰੂ ਵੱਜਦਾ ਹੈ। ਮਾਰੂ ਰਾਗ ਵਿੱਚ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਇਹ ਪਾਵਨ ਪਵਿੱਤਰ ਸ਼ਬਦ ਉਚਾਰਨ ਕਰ ਰਹੇ ਹਨ। ਅਸੁਰ ਸੰਘਾਰਣ ਰਾਮ ਹਮਾਰਾ। ਅਸੁਰ, ਅਸੁਰ ਕਹਿੰਦੇ ਆ ਦਾਨਵ ਨੂੰ, ਰਾਖਸ਼ ਨੂੰ। ਸਾਡਾ ਜਿਹੜਾ ਰਾਮ ਸੁਆਮੀ ਅਕਾਲ ਪੁਰਖ ਪਰਮੇਸ਼ਰ ਹੈ, ਉਹ ਰਾਖਸ਼ਾਂ ਨੂੰ ਸੰਘਾਰਨੇ ਵਾਲਾ ਹੈ। ਅੱਖਰੀ ਅਰਥ ਇਹ ਹੋਣਗੇ। ਅਸੁਰ ਕਹਿੰਦੇ ਕਿਸ ਨੂੰ ਨੇ? ਦੇਵਤਾ ਕੌਣ ਹੈ ਤੇ ਦਾਨਵ ਕੌਣ ਹੈ? ਸੁਰ ਤੇ ਅਸੁਰ ਦੋਨਾਂ 'ਚ ਫਰਕ ਕੀ ਹੈ? ਕਲਗੀਧਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਆਪਣੀ ਬਾਣੀ ਵਿੱਚ ਇਹਨਾਂ ਦੋਨਾਂ ਦੀ ਪਰਿਭਾਸ਼ਾ ਦਿੱਤੀ। ਪਾਤਸ਼ਾਹ ਕਹਿੰਦੇ
ਜਿਹੜਾ ਕੁਕਰਿਤ ਕਰਮ ਕਰਦਾ ਹੈ, ਭੈੜੇ ਕਰਮਾਂ ਵਿੱਚ ਪ੍ਰਵਿਰਤ ਹੁੰਦਾ ਹੈ, ਉਹ ਅਸੁਰ ਹੈ, ਉਹ ਦਾਨਵ ਹੈ। ਕੁਕਰਿਤ ਕਰਮ ਜੋ ਜਗ ਮਹਿ ਕਰਹੀ, ਜਿਹੜਾ ਇਸ ਜਗਤ ਵਿੱਚ ਕੁਕਰਿਤ ਕਰਮ, ਭੈੜੇ ਤੇ ਖੋਟੇ ਕਰਮ ਕਰਦਾ ਹੈ, ਉਹ ਰਾਖਸ਼ ਹੈ, ਉਹ ਅਸੁਰ ਹੈ। ਔਰ ਜਿਹੜਾ ਚੰਗੇ ਕਰਮ ਕਰਦਾ ਉਹ ਦੇਵਤਾ ਹੈ। ਇਹ ਦੋਨਾਂ ਦੀ ਪਰਿਭਾਸ਼ਾ ਹੈ। ਇੱਥੇ ਅਸੁਰ ਸ਼ਬਦ ਜੋ ਧੰਨ ਗੁਰੂ ਨਾਨਕ ਸਾਹਿਬ ਜੀ ਵਰਤ ਰਹੇ ਨੇ, ਇਹ ਅਸੁਰ ਸ਼ਬਦ ਵਰਤ ਰਹੇ ਨੇ ਆਸਰੀ ਸੰਪਦਾ ਲਈ। ਆਸਰੀ ਸੰਪਦਾ ਕੀ ਹੈ? ਆਸਰੀ ਸੰਪਦਾ ਹੈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਵਖੀਲੀ, ਦਵੈਸ਼, ਨਿੰਦਾ, ਚੁਗਲੀ, ਚੋਰੀ ਕਰਨੀ, ਹਿੰਸਾ ਕਰਨੀ। ਇਹ ਜਿਤਨੇ ਵੀ ਕੁਕਰਮ ਨੇ, ਇਹ ਸਭ ਅਸਰੀ ਸੰਪਦਾ ਹੈ, ਆਸਰੀ ਸੰਪਦਾ ਹੈ। ਸਾਡਾ ਰਾਮ ਇਸ ਆਸਰੀ ਸੰਪਦਾ ਨੂੰ ਖਤਮ ਕਰਨ ਵਾਲਾ, ਇਹਨਾਂ ਵਿਕਾਰਾਂ ਦਾ ਨਾਸ਼ ਕਰਨ ਵਾਲਾ ਹੈ। ਸੰਘਾਰਨ ਦਾ ਮਤਲਬ ਹੁੰਦਾ ਮਾਰ ਦੇਣਾ, ਸੰਘਾਰ ਕਰ ਦੇਣਾ, ਖਤਮ ਕਰ ਦੇਣਾ, ਨਸ਼ਟ ਕਰ ਦੇਣਾ। ਸਾਡਾ ਰਾਮ ਇਹਨਾਂ ਆਸਰੀ ਔਗਣਾਂ ਨੂੰ, ਇਸ ਆਸਰੀ ਸੰਪਦਾ ਨੂੰ ਖਤਮ ਕਰਨੇ ਵਾਲਾ ਹੈ, ਇਹਨਾਂ ਨੂੰ ਨਿਵਾਰਨੇ ਵਾਲਾ, ਇਹਨਾਂ ਦੀ ਨਿਰਵਿਰਤੀ ਕਰਨ ਵਾਲਾ ਹੈ। ਹਾਂਜੀ। ਘਟ ਘਟ ਰਮਈਆ RAM ਪਿਆਰਾ। ਸਾਡਾ ਪਿਆਰਾ ਰਾਮ ਉਹ ਘਟ ਘਟ ਵਿੱਚ ਰਮਈਆ ਰਮਿਆ ਹੋਇਆ। ਰਾਮ ਦਾ ਅੱਖਰੀ ਅਰਥ ਹੀ ਇਹ ਹੈ ਜਿਹੜਾ ਰਮਿਆ ਹੋਵੇ। ਸਾਡਾ ਪਿਆਰਾ ਰਾਮ ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਵਰ, ਉਹ ਘਟ ਘਟ ਵਿੱਚ ਰਮਿਆ ਹੋਇਆ। ਜ਼ਰਰੇ ਜ਼ਰਰੇ ਵਿੱਚ, ਕਣ ਕਣ ਵਿੱਚ ਉਸੇ ਦਾ ਨਿਵਾਸ ਹੈ। ਨਾਲੇ ਅਲਖ ਨਾ ਲਖੀਐ ਮੂਲੇ, ਗੁਰਮੁਖ ਲਿਖ ਵਿਚਾਰਾ ਹੈ। ਕਹਿੰਦੇ ਉਹ ਅਲਖ ਪ੍ਰਮਾਤਮਾ ਨਾਲੇ ਨਾਲ ਹੀ ਹੈ ਸਾਡੇ। ਨਾਲੇ ਅਲਖ ਉਹ ਨਾਲ ਹੈ, ਪਰ ਲਖਿਆ ਨਹੀਂ ਜਾਂਦਾ। ਅਲਖ ਨਾ ਲਖੀਐ ਮੂਲੇ, ਮੂਲੋਂ ਹੀ ਨਹੀਂ ਲਖਿਆ ਜਾਂਦਾ, ਜਾਣਿਆ ਨਹੀਂ ਜਾਂਦਾ। ਗੁਰਮੁਖ ਲਿਖ ਵਿਚਾਰਾ ਹੈ। ਜਿਹੜੇ ਗੁਰਮੁਖ ਨੇ ਉਹ ਆਪਣੇ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਲਿਖੇ ਹੋਏ ਲੇਖਾਂ ਮੁਤਾਬਕ ਉਸ ਅਲਖ ਪਾਰ ਬ੍ਰਹਮ ਪਰਮੇਸ਼ਰ ਦੀ ਵਿਚਾਰ ਕਰਦੇ ਨੇ। ਉਹ ਵਿਚਾਰਦੇ ਹਨ ਕਿ ਉਹ ਨਾਲ ਹੈ, ਔਰ ਵਿਚਾਰ ਕਰਦਿਆਂ ਕਰਦਿਆਂ ਹਿਰਦੇ 'ਚ ਇਸ ਗੱਲ ਨੂੰ ਅਨੁਭਵ ਕਰਦੇ ਨੇ ਕਿ ਉਹ ਅਲਖ ਪਾਰ ਬ੍ਰਹਮ ਪਰਮੇਸ਼ਰ ਸਾਡੇ ਅੰਗ ਸੰਗ ਹੈ, ਸਾਡੇ ਨਾਲ ਹੈ। ਪਰ ਜਦੋਂ ਤੱਕ ਕੋਈ ਗੁਰਮੁਖ ਵਿਚਾਰ ਨਹੀਂ ਕਰਦਾ, ਕਹਿੰਦੇ ਉਹ ਅਲਖ ਨਾਲ ਹੈ, ਪਰ ਲਖਿਆ ਨਹੀਂ ਜਾਂਦਾ, ਜਾਣਿਆ ਨਹੀਂ ਜਾਂਦਾ। ਗੁਰਮੁਖ ਸਾਧੂ ਸਰਣ ਤੁਮਾਰੀ। ਹੇ ਵਾਹਿਗੁਰੂ ਜੀ, ਹੇ ਸ੍ਰੇਸ਼ਟ ਗੁਰੂ ਜੀ, ਜਿਹੜੇ ਤੁਹਾਡੇ ਸਾਧੂ ਨੇ ਉਹ ਤੁਹਾਡੀ ਸ਼ਰਨ ਵਿੱਚ ਨੇ, ਔਰ ਉਹਨਾਂ ਨੂੰ ਤੁਹਾਡੀ ਟੇਕ ਹੈ। ਮਹਾਰਾਜ ਜੀ ਉਹ ਤੁਹਾਡੀ ਪਨਾਹ ਵਿੱਚ ਨੇ, ਔਰ ਉਹਨਾਂ ਨੂੰ ਤੁਹਾਡੀ ਟੇਕ ਹੈ। ਕਰ ਕਿਰਪਾ ਪ੍ਰਭ ਪਾਰ ਉਤਾਰੀ। ਹੇ ਪ੍ਰਭੂ, ਜਿਹੜੇ ਤੁਹਾਡੀ ਸ਼ਰਨ ਵਿੱਚ ਨੇ ਉਹਨਾਂ ਤੇ ਤੁਸੀਂ ਕਿਰਪਾ ਕਰਕੇ ਉਹਨਾਂ ਨੂੰ ਇਸ ਭਾਵ ਸਾਗਰ ਤੋਂ, ਸੰਸਾਰ ਤੋਂ ਪਾਰ ਉਤਾਰਦੇ ਹੋ। ਜਿਨ੍ਹਾਂ ਤੇ ਤੁਸੀਂ ਆਪਣੀ ਕਿਰਪਾ ਕਰਦੇ ਹੋ, ਉਹਨਾਂ ਨੂੰ ਹੇ ਪ੍ਰਭੂ ਜੀ ਤੁਸੀਂ ਇਸ ਸੰਸਾਰ ਸਾਗਰ ਤੋਂ ਪਾਰ ਉਤਾਰਦੇ ਹੋ। ਅਗਨ ਪਾਣੀ ਸਾਗਰ ਅਤ ਗਹਿਰਾ, ਗੁਰ ਸਤ ਗੁਰ ਪਾਰ ਉਤਾਰਾ ਹੈ। ਹੇ ਪ੍ਰਭੂ, ਇਹ ਜਿਹੜਾ ਸੰਸਾਰ ਹੈ ਇਹ ਸਮੁੰਦਰ ਵਾਂਗੂ ਹੈ, ਔਰ ਇਸ ਸੰਸਾਰ ਸਮੁੰਦਰ ਵਿੱਚ ਵਿਕਾਰਾਂ ਦੀ ਅੱਗ ਦਾ ਪਾਣੀ ਹੈ। ਅਗਨ ਪਾਣੀ ਸਾਗਰ ਅਤ ਗਹਿਰਾ। ਹੇ ਪ੍ਰਭੂ, ਇਹ ਸੰਸਾਰ ਅੱਗ ਦਾ ਸਮੁੰਦਰ ਹੈ, ਇਹਦੇ ਵਿੱਚ ਅੱਗ ਦਾ ਪਾਣੀ ਹੈ, ਵਿਕਾਰਾਂ ਦੀ ਅੱਗ ਦੇ ਪਾਣੀ ਨਾਲੇ ਭਰਿਆ ਹੋਇਆ, ਬੜਾ ਡੂੰਘਾ ਹੈ। ਗੁਰ ਸਤਿਗੁਰ ਪਾਰ ਉਤਾਰਾ ਹੈ। ਹੇ ਗੁਰੂ ਸਤਿਗੁਰੂ, ਜਿਨ੍ਹਾਂ ਤੇ ਤੁਸੀਂ ਆਪਣਾ ਤਰਸ ਕਰਦੇ ਹੋ, ਉਹਨਾਂ ਨੂੰ ਇਸ ਅੱਗ ਦੇ ਸਾਗਰ ਤੋਂ, ਇਸ ਅੱਗ ਦੇ ਸਮੁੰਦਰ ਤੋਂ ਪਾਰ ਉਤਾਰਦੇ ਹੋ। ਜਿਨ੍ਹਾਂ ਤੇ ਦਇਆ ਕਰੋ, ਜਿਨ੍ਹਾਂ ਤੇ ਤਰਸ ਕਰਦੇ ਹੋ,
ਉਹਨਾਂ ਨੂੰ ਇਸ ਅੱਗ ਦੇ ਸਾਗਰ ਤੋਂ, ਅੱਗ ਦੇ ਸਮੁੰਦਰ ਤੋਂ ਤੁਸੀਂ ਪਾਰ ਉਤਾਰਦੇ ਹੋ। ਮਨ ਮੁਖ ਅੰਧਲੇ ਸੋਝੀ ਨਾਹੀ। ਜਿਹੜੇ ਮਨਮੁਖ ਨੇ ਉਹ ਅੰਨੇ ਨੇ ਅਗਿਆਨਤਾ ਦੇ ਹਨੇਰੇ ਵਿੱਚ, ਮਨਮੁਖ ਅੰਧਲੇ ਅਗਿਆਨਤਾ ਦੇ ਹਨੇਰੇ ਵਿੱਚ ਅੰਨੇ ਨੇ, ਔਰ ਉਹਨਾਂ ਮਨਮੁਖਾਂ ਨੂੰ ਆਪਣੇ ਨਿਜ ਸਰੂਪ ਦੀ ਸੋਝੀ ਨਹੀਂ ਹੈ। ਉਹ ਆਪਣੇ ਨਿਜ ਸਰੂਪ ਤੋਂ ਵਿਹੂਣੇ ਹਨ। ਆਵਹਿ ਜਾਹੇ ਮਰਹਿ ਮਰ ਜਾਹੀ। ਮਨਮੁਖ ਪ੍ਰਾਣੀ ਆਉਂਦੇ ਨੇ, ਜਾਂਦੇ ਨੇ, ਮਰਦੇ ਨੇ, ਮਰ ਜਾਂਦੇ ਨੇ। ਇੱਕ ਵਾਰੀ ਨਹੀਂ, ਸੈਂਕੜੇ ਵੇਰੀ। ਉਹ ਇੱਕ ਦਿਨ ਵਿੱਚ ਹੀ ਕਈ ਵੇਰੀ ਮਰਦੇ ਹਨ। ਮਨਮੁਖ ਇੱਕ ਵਾਰੀ ਨਹੀਂ ਮਰਦਾ, ਮਨਮੁਖ ਰੋਜ਼ ਮਰਦਾ ਤੇ ਅਨੇਕਾਂ ਵੇਰੀ ਮਰਦਾ ਹੈ, ਵਿਕਾਰਾਂ ਦੀ ਮਾਰ ਥੱਲੇ ਦੱਬਿਆ ਹੋਇਆ। ਪੂਰਬ ਲਿਖਿਆ ਲੇਖ ਨਾ ਮਿਟਈ, ਜਮਦਰ ਅੰਧ ਖੁਆਰਾ ਹੈ। ਪੂਰਬਲੇ ਜਨਮਾਂ ਦੇ ਲਿਖੇ ਹੋਏ ਜਿਹੜੇ ਲੇਖ ਨੇ ਨਾ ਕਰਮਾਂ ਮੁਤਾਬਕ, ਉਹ ਲੇਖ ਮਿਟਦੇ ਨਹੀਂ। ਜਿਹੜੇ ਪਾਰ ਬ੍ਰਹਮ ਪਰਮੇਸ਼ਰ ਨੇ ਪੂਰਬ ਪਹਿਲਾਂ ਲਿਖ ਦਿੱਤੇ ਨੇ ਨਾ ਲੇਖ, ਉਹ ਮਿਟਦੇ ਨਹੀਂ। ਜਮਦਰ ਨੂੰ ਬੰਨਿਆ ਹੋਇਆ ਇਹ ਅੰਧ ਨੂੰ, ਅਗਿਆਨਤਾ ਦੇ ਹਨੇਰੇ ਵਿੱਚ ਅੰਨੇ ਨੂੰ, ਫਿਰ ਜੰਮਾਂ ਦੇ ਦਰ ਤੇ ਗਏ ਨੂੰ ਖੁਆਰੀ ਦਾ ਸਾਹਮਣਾ ਕਰਨਾ ਪੈਂਦਾ। ਇਹ ਜੀਵ ਖੁਆਰ ਹੁੰਦਾ ਹੈ। ਇੱਕ ਆਵਹਿ ਜਾਵਹਿ ਘਰ ਵਾਸਨਾ ਪਾਵਹਿ। ਇੱਕੋ ਜੀਵ ਨੇ ਜਿਹੜੇ ਆ ਰਹੇ ਨੇ, ਇੱਕ ਜਾ ਰਹੇ ਨੇ। ਬਸ ਆਵਾ ਗਾਉਣ ਦੀ ਖੇਡ ਸੰਸਾਰ ਵਿੱਚ ਨਿਰੰਤਰ ਚੱਲ ਰਹੀ ਹੈ। ਘਰ ਵਾਸਨਾ ਪਾਵਹਿ। ਇਹੋ ਜਿਹੇ ਬੰਦਿਆਂ ਨੂੰ ਆਪਣੇ ਨਿਜ ਘਰ ਦੇ ਵਿੱਚ ਵਾਸਾ ਪ੍ਰਾਪਤ ਨਹੀਂ ਹੁੰਦਾ। ਉਹ ਆਪਣੇ ਨਿਜ ਘਰ ਦੇ ਵਿੱਚ ਨਹੀਂ ਟਿਕਦੇ। ਕਿਰਤ ਕੇ ਬਾਧੇ ਪਾਪ ਕਮਾਵਹਿ। ਆਪਣੇ ਕੀਤੇ ਕਰਮਾਂ ਦੇ ਵਿੱਚ ਬੰਨੇ ਹੋਏ ਪਾਪ ਕਮਾਉਂਦੇ ਹਨ। ਆਪਣੇ ਹੀ ਕੀਤੇ ਕਰਮਾਂ ਵਿੱਚ ਬੰਨੇ ਹੋਏ ਪਾਪ ਕਰਮਾਂ ਵਿੱਚ ਪ੍ਰਵਿਰਤ ਹੁੰਦੇ ਨੇ ਜਿਹੜੇ ਮਨਮੁਖ ਨੇ। ਜਿਹੜੇ ਆਪ ਦੇ ਕੀਤੇ ਕਰਮ ਨੇ, ਆਪਣੇ ਕੀਤੇ ਕਰਮਾਂ ਵਿੱਚ ਹੀ ਬੰਨੇ ਹੋਏ ਪਾਪ ਕਮਾ ਰਹੇ ਹਨ। ਅੰਧਲੇ ਸੋਝੀ ਬੂਝ ਨਾ ਕਾਈ, ਲੋਭ ਬੁਰਾ ਅਹੰਕਾਰਾ ਹੈ। ਜਿਹੜੇ ਅੰਨੇ ਨੇ ਅਗਿਆਨਤਾ ਦੇ ਹਨੇਰੇ ਵਿੱਚ, ਉਹਨਾਂ ਨੂੰ ਸੋਝੀ ਨਹੀਂ, ਉਹਨਾਂ ਨੂੰ ਆਪਣੇ ਨਿਜ ਸਵਰੂਪ ਦੀ ਕੋਈ ਬੂਝ ਨਹੀਂ। ਉਹਨਾਂ ਦੇ ਹਿਰਦੇ 'ਚ ਕੇਵਲ ਬੁਰਾ ਲੋਭ ਹੈ, ਲਾਲਚ ਦੀ ਪ੍ਰਵਿਰਤੀ ਹੈ, ਔਰ ਬੁਰਾ ਹੰਕਾਰ ਉਹਨਾਂ ਦੇ ਹਿਰਦੇ ਵਿੱਚ ਪ੍ਰਬਲ ਹੋ ਰਿਹਾ ਹੈ। ਲੋਭ ਬੁਰਾ ਅਹੰਕਾਰਾ ਹੈ। ਲੋਭ ਵੀ ਬੁਰਾ ਹੈ ਤੇ ਹੰਕਾਰ ਵੀ ਬੁਰਾ ਹੈ। ਇਹੋ ਜਿਹਾ ਲੋਭ ਤੇ ਹੰਕਾਰ ਉਹਨਾਂ ਮਨਮੁਖਾਂ ਦੇ ਅੰਨਿਆਂ ਦੇ ਹਿਰਦੇ ਵਿੱਚ ਬਣਿਆ ਹੋਇਆ ਹੈ। ਫਿਰ ਬਿਨ ਕਿਆ ਤਿਸ ਧਨ ਸਿਗਾਰਾ। ਇਹ ਦੱਸੋ ਭਲਾ, ਜੇ ਪਤੀ ਪਰਮੇਸ਼ਵਰ ਦੀ ਪ੍ਰਾਪਤੀ ਨਹੀਂ ਹੈ ਤਾਂ ਉਹਦੀ ਪ੍ਰਾਪਤੀ ਤੋਂ ਬਿਨਾਂ ਇਸ ਜੀਵ ਰੂਪੀ ਇਸਤਰੀ ਦੇ ਕੀਤੇ ਸ਼ਿੰਗਾਰ ਕਿਹੜੇ ਕੰਮ ਦੇ ਨੇ? ਕੋਈ ਇਸਤਰੀ ਸ਼ਿੰਗਾਰ ਕਰੇ ਤੇ ਜੇ ਉਹਦਾ ਪਤੀ ਨਾ ਵੇਖੇ ਤਾਂ ਫਿਰ ਉਸ ਇਸਤਰੀ ਦਾ ਕੀਤਾ ਹੋਇਆ ਸ਼ਿੰਗਾਰ ਕਿਸ ਕੰਮ ਦਾ? ਕਿਸੇ ਕੰਮ ਦਾ ਨਹੀਂ। ਅਸੀਂ ਜਿਤਨੇ ਕਰਮ ਕਰਦੇ ਹਾਂ, ਜੇ ਸਾਡੇ ਕੀਤੇ ਕਰਮਾਂ ਵੱਲ ਵੇਖ ਕੇ ਸਾਡਾ ਪਤੀ ਪਰਮੇਸ਼ਰ ਹੀ ਪ੍ਰਸੰਨ ਨਹੀਂ ਹੋਇਆ ਤੇ ਫਿਰ ਸਾਡੇ ਉਹ ਕੀਤੇ ਹੋਏ ਕਰਮ ਕਿਸ ਕੰਮ ਦੇ? ਕਿਉਂਕਿ ਜਿਹੜਾ ਕਰਮ ਹੰਕਾਰ ਵਿੱਚ ਕੀਤਾ ਜਾਏ, ਜਿਹੜਾ ਕਰਮ ਦੁਬਦਾ ਵਿੱਚ ਕੀਤਾ ਜਾਏ, ਉਹ ਕਰਮ ਪਰਮੇਸ਼ਰ ਦੇ ਦਰ ਤੇ ਪ੍ਰਵਾਨ ਹੁੰਦਾ ਹੀ ਨਹੀਂ। ਅਗਲੀ ਪੰਕਤੀ 'ਚ ਸਪਸ਼ਟ ਕਰਦੇ ਹਨ। ਪਰ ਪਿਰ ਰਾਤੀ ਖਸਮ ਵਿਸਾਰਾ। ਜਿਹੜੀ ਇਸਤਰੀ ਸ਼ਿੰਗਾਰ ਕਰੇ ਤੇ ਆਪਣੇ ਪਤੀ ਵਾਸਤੇ ਨਹੀਂ, ਆਪਣੇ ਪਤੀ ਨੂੰ ਛੱਡ ਕੇ ਕਿਸੇ ਬਗਾਨੇ ਪਤੀ ਦੀ ਪ੍ਰਸੰਨਤਾ ਵਾਸਤੇ, ਪਰਾਏ ਪੁਰਖ ਦੀ ਪ੍ਰਸੰਨਤਾ ਵਾਸਤੇ ਸ਼ਿੰਗਾਰ ਕਰੇ, ਉਸ ਇਸਤਰੀ ਨੂੰ ਇਸ ਸਮਾਜ ਵਿੱਚ ਤਿਰਸਕਾਰਿਆ ਜਾਂਦਾ ਹੈ। ਉਸ ਇਸਤਰੀ ਨੂੰ ਇਸ ਸਮਾਜ ਵਿੱਚ ਤਰਕਾਰਿਆ ਜਾਂਦਾ ਹੈ। ਇਉਂ ਜਿਹੜੇ ਪਾਰ ਬ੍ਰਹਮ ਪਰਮੇਸ਼ਵਰ ਨੂੰ ਛੱਡ ਕੇ ਉਸ ਅਕਾਲ ਪੁਰਖ ਦੀ ਹਸਤੀ ਤੋਂ ਬੇਮੁਖ ਹੋ ਕੇ ਜਿਹੜੇ ਸੰਸਾਰ ਦੇ ਕਰਮਾਂ ਵਿੱਚ ਪ੍ਰਵਿਰਤ ਨੇ ਔਰ ਦੁਬਦਾ ਵਿੱਚ ਲੱਗ ਕੇ ਕਰਮ ਕਰ ਰਹੇ ਨੇ,
ਉਹਨਾਂ ਨੂੰ ਵੀ ਕਦੇ ਨਿਰੰਕਾਰ ਦੇ ਘਰ ਵਿੱਚ ਇੱਜ਼ਤ ਨਹੀਂ ਮਿਲਦੀ। ਉਹਨਾਂ ਦੇ ਕੀਤੇ ਹੋਏ ਕਰਮ ਵੀ ਕਦੇ ਸਫਲੇ ਨਹੀਂ ਹੁੰਦੇ। ਜਿਉ ਬੇਸਵਾ ਪੂਤ ਬਾਪ ਕੋ ਕਹੀਐ, ਤਿਉ ਫੋਕਟ ਕਾਰ ਵਿਕਾਰਾ ਹੈ। ਪਾਤਸ਼ਾਹ ਦੂਸਰੀ ਉਦਾਹਰਣ ਦਿੰਦੇ ਨੇ। ਪਹਿਲੀ ਉਦਾਹਰਣ ਦੇ ਕੇ ਫਿਰ ਦੂਜੀ ਉਦਾਹਰਣ ਦਿੰਦੇ ਨੇ। ਕਿਸੇ ਵੇਸ਼ਵਾ ਦੇ ਘਰ ਪੁੱਤਰ ਜਨਮ ਲੈ ਲਵੇ, ਉਹਦੇ ਪਿਓ ਦਾ ਨਾਂ ਨਹੀਂ ਦੱਸਿਆ ਜਾ ਸਕਦਾ, ਉਹਨੂੰ ਨਿਨਾਓ ਕਹਿੰਦੇ ਐ। ਜਿਉਂ ਬੇਸਵਾ ਪੂਤ ਬਾਪ ਕੋ ਕਹੀਐ, ਬੇਸਵਾ ਦੇ ਪੁੱਤਰ ਦੇ ਵਾਸਤੇ ਕਿਹਨੂੰ ਬਾਪ ਕਹੀਏ? ਤਿਉਂ ਫੋਕਟਕਾਰ ਵਿਕਾਰਾ ਹੈ। ਜਿਹੜੇ ਵਿਕਾਰਾਂ ਵਾਲੇ ਕੀਤੇ ਗਏ ਕਰਮ ਨੇ ਨਾ, ਉਹ ਇਸੇ ਤਰ੍ਹਾਂ ਸਭ ਫੋਕਟ ਨੇ, ਉਹ ਕਿਸੇ ਲੇਖੇ 'ਚ ਨਹੀਂ ਪੈਂਦੇ। ਜਿਵੇਂ ਵੇਸ਼ਵਾ ਦੇ ਪੁੱਤਰ ਦੇ ਪਿਤਾ ਬਾਰੇ ਨਹੀਂ ਕਿਹਾ ਜਾ ਸਕਦਾ, ਉਹਨੂੰ ਨਿਨਾਵਾ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਜੀਵ ਦੇ ਵਿਕਾਰਾਂ ਵਿੱਚ ਖਚਿਤ ਹੋ ਕੇ ਕੀਤੇ ਗਏ ਕਰਮ ਉਹ ਬੇਕਾਰ ਨੇ, ਕਿਸੇ ਕੰਮ ਨਹੀਂ, ਕਿਸੇ ਲੇਖੇ ਵਿੱਚ ਨਹੀਂ। ਹਾਂਜੀ। ਪ੍ਰੇਤ ਪਿੰਜਰ ਮਹਿ ਦੁਖ ਕਨੇਰੇ। ਖਾਲਸਾ ਜੀ 84 ਲੱਖ ਜੂਨੀਆਂ 'ਚ ਇੱਕ ਜੂਨੀ ਹੈ ਪ੍ਰੇਤ ਜੂਨੀ। ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਜ, ਕਈ ਕਰੋੜਾਂ ਦੀ ਗਿਣਤੀ ਵਿੱਚ ਇਹਨਾਂ ਦੀ ਵੀ ਗਿਣਤੀ ਹੈ। ਸਤਿਗੁਰੂ ਨੌਵੇਂ ਪਾਤਸ਼ਾਹ ਦੇ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਪਾਤਸ਼ਾਹ ਜਿਸ ਵੇਲੇ ਦਿੱਲੀ ਗਏ ਨੇ, ਦਿੱਲੀ 'ਚ ਇੱਕ ਐਸੀ ਹਵੇਲੀ 'ਚ ਪਾਤਸ਼ਾਹ ਨੂੰ ਨਜ਼ਰਬੰਦ ਕੀਤਾ ਗਿਆ, ਜਿਸ ਹਵੇਲੀ ਵਿੱਚ ਇੱਕ ਬੜਾ ਭਿਆਨਕ ਪ੍ਰੇਤ ਰਹਿੰਦਾ। ਰਾਤ ਦਾ ਸਮਾਂ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਆ ਕੇ ਨਮਸਕਾਰ ਕੀਤੀ, ਆਖਿਆ ਧੰਨ ਹੋ ਸਾਹਿਬ, ਤੁਹਾਡੇ ਆਉਂਦਿਆਂ ਮੇਰੇ ਹਿਰਦੇ 'ਚ ਠੰਡ ਵਰਤ ਗਈ ਹੈ। ਖਬਰੇ ਮੇਰੀ ਕਲਿਆਣ ਵਾਸਤੇ ਤੁਸੀਂ ਆਏ ਹੋ। ਪਾਤਸ਼ਾਹ ਨੇ ਪੁੱਛਿਆ ਕੌਣ ਹੈ? ਕਹਿੰਦਾ ਜੀ ਇਸੇ ਹਵੇਲੀ ਦਾ ਮਾਲਕ ਹਾਂ। ਮਰਦਿਆਂ ਇਸ ਹਵੇਲੀ ਦਾ ਸੰਕਲਪ ਸੀ ਕਿ ਮੈਨੂੰ ਹੰਡਾਣੀ ਨਸੀਬ ਨਹੀਂ ਹੋਈ, ਇਸੇ ਹਵੇਲੀ 'ਚ ਪ੍ਰੇਤ ਬਣ ਕੇ ਭਟਕ ਰਿਹਾ। ਹੇ ਦਾਤਾ ਜੀ, ਇਸ ਪ੍ਰੇਤ ਦੀ ਜੋਨੀ 'ਚ ਬਹੁਤ ਵੱਡਾ ਕਸ਼ਟ ਹੈ, ਆਪ ਦੀ ਕਿਰਪਾ ਕਰਕੇ ਮੇਰਾ ਇਹ ਕਸ਼ਟ ਨਿਵਾਰ ਦਿਓ। ਪਾਤਸ਼ਾਹ ਦਾ ਸੀਤ ਪ੍ਰਸਾਦ ਛਕ ਕੇ ਉਹ ਪ੍ਰੇਤ ਮੁਕਤੀ ਨੂੰ ਪ੍ਰਾਪਤ ਹੋਇਆ। ਪ੍ਰੇਤ ਦੀ ਜੋਨੀ ਵਿੱਚ, ਪ੍ਰੇਤ ਦੇ ਇਸ ਪਿੰਜਰ ਵਿੱਚ, ਪ੍ਰੇਤ ਪਿੰਜਰ ਮਹਿ ਦੁਖ ਕਨੇਰੇ, ਬਹੁਤ ਵੱਡਾ ਦੁੱਖ ਹੈ, ਬੜਾ ਵੱਡਾ ਕਸ਼ਟ ਹੈ। ਇਹ ਸੰਸਾਰ ਦੇ ਵਿੱਚ ਆਤਮ ਹੱਤਿਆ ਕਰਨ ਵਾਲੇ ਵਿਅਕਤੀ ਨੂੰ ਬਹੁਤ ਮਾੜਾ ਸਮਝਿਆ ਜਾਂਦਾ ਹੈ। ਕੇਵਲ ਸਮਾਜ ਵਿੱਚ ਹੀ ਨਹੀਂ, ਅਧਿਆਤਮਕ ਜਗਤ ਦੇ ਵਿੱਚ ਵੀ ਜਿਹੜਾ ਆਤਮਘਾਤੀ ਆ ਉਹਨੂੰ ਕਸਾਈ ਦੀ ਉਪਾਧੀ ਗੁਰਬਾਣੀ 'ਚ ਸਾਹਿਬ ਨੇ ਦਿੱਤੀ ਹੈ। ਕਿਉਂਕਿ ਆਤਮਘਾਤੀ ਮਨੁੱਖ ਵੀ ਪ੍ਰੇਤ ਦੀ ਜੋਨੀ 'ਚ ਪੈਂਦਾ, ਔਰ ਉਹ ਜਿਤਨੀ ਭਿਆਨਕ ਮੌਤ ਨਾਲ ਮਰਦਾ ਹੈ ਆਤਮ ਹੱਤਿਆ ਕਰਕੇ, ਉਤਨੀ ਹੀ ਭਿਆਨਕ ਜੂਨ ਜਿਹੜੀ ਹੈ ਉਹਨੂੰ ਖੂੰਖਾਰ ਜੂਨ ਪ੍ਰੇਤ ਦੀ ਪ੍ਰਾਪਤ ਹੁੰਦੀ ਹੈ। ਐਸਾ ਕਿਹਾ ਜਾਂਦਾ ਵਿਦਵਾਨਾਂ ਵੱਲੋਂ ਕਿ ਜਿਹੜਾ ਆਤਮ ਹੱਤਿਆ ਕਰਦਿਆਂ ਸੜ ਕੇ ਮਰਦਾ ਹੈ, ਮਰਨ ਵੇਲੇ ਸੜਦਿਆਂ ਹੋਇਆਂ ਦੀ ਤਕਲੀਫ ਜਿਤਨੀ ਵੱਧ ਹੁੰਦੀ ਹੈ ਤੇ ਉਸ ਵੱਡੇ ਕਸ਼ਟ ਵਿੱਚ, ਜਿਤਨੀ ਭਿਆਨਕ ਪੀੜਾ ਵਿੱਚ ਉਹ ਆਪਣੇ ਸਰੀਰ ਨੂੰ ਤਿਆਗਦਾ ਹੈ, ਉਤਨੀ ਹੀ ਭਿਆਨਕ ਪ੍ਰੇਤ ਦੀ ਜੂਨ ਉਹਨੂੰ ਪ੍ਰਾਪਤ ਹੁੰਦੀ ਹੈ। ਉਹ ਚਾਹੇ ਕਿਸੇ ਵੀ ਪ੍ਰਕਾਰ ਦੀ ਆਤਮ ਹੱਤਿਆ ਹੋਵੇ। ਤੋ ਪ੍ਰੇਤ ਦੀ ਜੂਨੀ ਵਿੱਚ ਬੜੇ ਭਿਆਨਕ ਕਸ਼ਟ ਨੇ। ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਅਨੇਕਾਂ ਪ੍ਰਾਣੀ ਨੇ ਜਿਹੜੇ ਆਪਣੀ ਇਸ ਭਿਆਨਕ ਜੂਨੀ ਨੂੰ ਭੋਗ ਰਹੇ ਨੇ। ਪ੍ਰੇਤ ਪਿੰਜਰ ਮਹਿ ਦੁਖ ਕਨੇਰੇ, ਪ੍ਰੇਤ ਦੇ ਇਸ ਪਿੰਜਰ ਵਿੱਚ, ਪਿੰਜਰ ਦਾ ਮਤਲਬ ਪ੍ਰੇਤ ਦਾ ਵੀ ਤਾਂ ਇੱਕ ਸੂਖਸ਼ਮ ਸਰੀਰ ਹੁੰਦਾ ਨਾ, ਉਹ ਪੰਜਾਂ ਤੱਤਾਂ ਦਾ ਜਿਹੜਾ ਬਾਹਰਲਾ ਸਰੀਰ ਹੈ ਸਥੂਲ, ਇਹਦੇ ਵਿੱਚ ਨਹੀਂ ਰਹਿੰਦਾ। ਪ੍ਰੇਤ ਦਾ ਜਿਹੜਾ ਸਰੀਰ ਹੈ ਉਹ 17 ਤੱਤਾਂ ਦਾ ਹੁੰਦਾ ਹੈ। ਸਾਡਾ ਬਾਹਰਲਾ ਸਰੀਰ ਪੰਜਾਂ ਤੱਤਾਂ ਦਾ, ਇਹਦੇ ਅੰਦਰ ਇੱਕ ਸਰੀਰ ਹੈ ਉਹ 17 ਤੱਤਾਂ ਦਾ ਹੈ। ਪ੍ਰੇਤ ਦਾ ਬਾਹਰਲਾ ਇਹ ਸਰੀਰ ਨਹੀਂ ਹੈ, ਪਰ ਅੰਦਰਲਾ ਸੂਖਸ਼ਮ ਸਰੀਰ ਰਹਿੰਦਾ ਹੈ,
ਔਰ ਉਸ ਪ੍ਰੇਤ ਦੀ ਜੋਨੀ 'ਚ ਬਹੁਤ ਜ਼ਿਆਦਾ ਕਸ਼ਟ ਤੇ ਭਿਆਨਕ ਦੁੱਖ ਹੈ। ਉਹ ਮਨੁੱਖ ਵਾਂਗੂ ਹਰ ਇੱਕ ਚੀਜ਼ ਨੂੰ ਮਹਿਸੂਸ ਕਰ ਸਕਦਾ ਹੈ। ਮਨੁੱਖ ਵਾਂਗੂ ਹਰ ਇੱਕ ਚੀਜ਼ ਨੂੰ ਮਹਿਸੂਸ ਕਰ ਸਕਦਾ ਹੈ, ਪਰ ਉਹਦਾ ਰਸ ਨਹੀਂ ਲੈ ਸਕਦਾ। ਉਹਦੇ ਕੋਲ 36 ਪ੍ਰਕਾਰ ਦੇ ਪਕਵਾਨ ਪਏ ਹੁੰਦੇ ਨੇ ਪ੍ਰੇਤ ਦੇ, ਪਰ ਜੇ ਉਹ ਖਾਣਾ ਚਾਹੇ ਮਹਿਸੂਸ ਕਰ ਸਕਦਾ, ਉਹਨੂੰ ਇਹ ਪਈਆਂ ਹੋਈਆਂ ਨੇ ਵਸਤੂਆਂ, ਖਾਣਾ ਚਾਹੇ ਨਹੀਂ ਖਾ ਸਕਦਾ। ਉਹਦੇ ਵਿੱਚੋਂ ਬੜੀ ਭਿਆਨਕ ਕਸ਼ਟ ਦੇ ਵਿੱਚੋਂ, ਦਰਦ ਦੇ ਵਿੱਚੋਂ ਦੀ ਗੁਜ਼ਰਦਾ ਹੈ। ਕਈ ਵਾਰੀ ਸਾਡੇ ਨਾਲ ਵੀ ਐਸਾ ਵਰਤਦਾ ਹੈ, ਅਸੀਂ ਕੋਈ ਵਸਤੂ ਖਾਣਾ ਚਾਹੁੰਦੇ ਹੋਈਏ, ਪਰ ਕਿਸੇ ਪ੍ਰਕਾਰ ਦੇ ਭੈ ਕਰਕੇ, ਡਾਕਟਰ ਦੇ ਕਹਿਣ ਕਰਕੇ ਅਸੀਂ ਉਹਨੂੰ ਨਹੀਂ ਖਾਂਦੇ, ਪਰ ਮਨ 'ਚ ਪਛਤਾਵਾ ਹੁੰਦਾ ਵੀ ਕਿਉਂ ਨਹੀਂ ਖਾ ਸਕਦੇ। ਪਛਤਾਵਾ ਹੁੰਦਾ ਨਾ। ਸਾਡੇ ਕੋਲ ਤਾਂ ਫਿਰ ਕੋਈ ਰਾਹ ਹੁੰਦਾ ਵੀ ਅਸੀਂ ਕਹਿੰਦੇ ਕੋਈ ਨਹੀਂ, ਛਕ ਲਓ, ਇੱਕ ਗੋਲੀ ਹੋਰ ਵੱਧ ਖਾ ਲਵਾਂਗੇ, ਮਿੱਠੇ ਦਾ ਕੋਈ ਫਰਕ ਨਹੀਂ ਪੈਂਦਾ। ਪਰ ਪ੍ਰੇਤ ਕੋਲ ਐਸੀ ਕੋਈ ਆਪਸ਼ਨ ਨਹੀਂ ਹੈ। ਉਹ ਐਸੇ ਅਨੇਕ ਪ੍ਰਕਾਰ ਦੇ ਭਾਵਾਂ ਨੂੰ ਮਹਿਸੂਸ ਕਰ ਸਕਦਾ ਹੈ, ਪਰ ਉਹਨਾਂ ਦਾ ਰਸ ਨਹੀਂ ਲੈ ਸਕਦਾ। ਐਸੀ ਭਿਆਨਕ ਪੀੜਾ ਦੇ ਵਿੱਚੋਂ ਪ੍ਰੇਤ ਨੂੰ ਗੁਜ਼ਰਨਾ ਪੈਂਦਾ। ਗਰੀਬ ਨਵਾਜ ਪਾਤਸ਼ਾਹ ਕਹਿੰਦੇ, ਪ੍ਰੇਤ ਪਿੰਜਰ ਮਹਿ ਦੁਖ ਕਨੇਰੇ। ਪ੍ਰੇਤ ਦੇ ਪਿੰਜਰ ਵਿੱਚ ਬਹੁਤ ਜ਼ਿਆਦਾ ਦੁੱਖ ਨੇ, ਕਨੇਰੇ ਕਹੀਏ ਬਹੁਤ ਜ਼ਿਆਦਾ ਦੁੱਖ ਹਨ। ਨਰਕ ਪਚਹਿ ਅਗਿਆਨ ਅੰਧੇਰੇ। ਜਿਹੜੇ ਅਗਿਆਨਤਾ ਦੇ ਹਨੇਰੇ ਵਿੱਚ ਸਾਰੀ ਜ਼ਿੰਦਗੀ ਬਸਰ ਕਰ ਦਿੰਦੇ ਨੇ, ਬਤੀਤ ਕਰ ਦਿੰਦੇ ਨੇ, ਪਾਤਸ਼ਾਹ ਕਹਿੰਦੇ ਉਹਨਾਂ ਨੂੰ ਨਰਕਾਂ ਵਿੱਚ ਖੁਆਰ ਹੋਣਾ ਪੈਂਦਾ। ਉਹ ਨਰਕਾਂ ਵਿੱਚ ਪਏ ਪਛਦੇ ਹਨ, ਅਗਿਆਨਤਾ ਦੇ ਹਨੇਰੇ 'ਚ ਨਰਕਾਂ 'ਚ ਪਏ ਗੋਤੇ ਖਾਂਦੇ ਹਨ। ਧਰਮ ਰਾਏ ਕੀ ਬਾਕੀ ਲੀਜੈ, ਜਿਨ ਹਰ ਕਾ ਨਾਮ ਵਿਸਾਰਾ ਹੈ। ਪਾਤਸ਼ਾਹ ਕਹਿੰਦੇ ਜਿਨ੍ਹਾਂ ਨੇ ਹਰੀ ਦਾ ਨਾਮ ਵਿਸਾਰਿਆ, ਉਹਨਾਂ ਦਾ ਲੇਖਾ ਧਰਮ ਰਾਜੇ ਕੋਲ ਬਾਕੀ ਰਹਿ ਜਾਂਦਾ। ਹਿਸਾਬ ਕਿਤਾਬ ਨਿਬੜਦਾ ਨਹੀਂ ਹੈ ਉਹਨਾਂ ਦਾ। ਉਹਨਾਂ ਦੇ ਕੀਤੇ ਕਰਮਾਂ ਦਾ ਲੇਖਾ ਜੋਖਾ ਧਰਮ ਰਾਜੇ ਦੀ ਕਚਹਿਰੀ 'ਚ ਰਹਿ ਜਾਂਦਾ ਬਾਕੀ। ਉਹ ਲੇਖਾ ਲੈਂਦਾ ਹੈ ਉਹਨਾਂ ਤੋਂ, ਹਿਸਾਬ ਕਿਤਾਬ ਲੈਂਦਾ ਹੈ ਉਹਨਾਂ ਤੋਂ, ਜਿਨ੍ਹਾਂ ਨੇ ਹਰੀ ਅਕਾਲ ਪੁਰਖ ਦੇ ਨਾਮ ਨੂੰ ਹਿਰਦੇ 'ਚੋਂ ਵਿਸਾਰ ਦਿੱਤਾ ਹੈ। ਜਿਨ੍ਹਾਂ ਦੇ ਹਿਰਦਿਆਂ 'ਚੋਂ ਹਰੀ ਦਾ ਨਾਮ ਵਿਸਰ ਗਿਆ ਹੈ, ਪਾਤਸ਼ਾਹ ਕਹਿੰਦੇ ਉਹਨਾਂ ਨੂੰ ਲੇਖਾ ਦੇਣਾ ਪੈਂਦਾ। ਉਹਨਾਂ ਦੀ ਬਾਕੀ ਰਿਜ਼ਮ ਜਿਹੜੀ ਆ, ਬਾਕੀ ਯਾਨੀ ਕਿ ਕੀਤੇ ਕਰਮ ਜਿਹੜੇ ਸੰਚਿਤ ਕਰਮ ਨੇ, ਉਹ ਉਹਨਾਂ ਦੇ ਰਹਿ ਜਾਂਦੇ ਨੇ, ਔਰ ਉਹ ਲੇਖਾ ਉਹਨਾਂ ਨੂੰ ਧਰਮ ਰਾਜੇ ਪਾਸ ਦੇਣਾ ਪੈਂਦਾ ਹੈ। ਸੂਰਜ ਤਪੈ ਆਗਨ ਬਿਖ ਝਾਲਾ। ਇਹੋ ਜਿਹੇ ਜਿਹੜੇ ਜੀਵ ਨੇ ਨਾ, ਜਿਨ੍ਹਾਂ ਨੇ ਸਾਰੀ ਜ਼ਿੰਦਗੀ ਪਰਮੇਸ਼ਰ ਦਾ ਨਾਮ ਨਹੀਂ ਜਪਿਆ, ਨਾਮ ਵਿਸਾਰ ਕੇ ਜਾਂਦੇ ਆ, ਜਿਹੜੇ ਰਾਹ ਤੇ ਉਹਨਾਂ ਨੂੰ ਲੈ ਕੇ ਜਾਂਦੇ ਆ, ਕਹਿੰਦੇ ਉੱਥੇ ਕਰੋੜਾਂ ਸੂਰਜਾਂ ਦੀ ਤਪਸ਼ ਹੁੰਦੀ ਹੈ, ਭਿਆਨਕ। ਸੂਰਜ ਤਪੈ, ਆ ਜਿਵੇਂ ਹੁਣ ਬਾਹਰ ਧੁੱਪ ਚੜ੍ਹਦੀ ਹੈ ਨਾ, ਦੁਪਹਿਰੇ 1-1:30 ਵਜੇ 2 ਵਜੇ, ਇਸ ਧੁੱਪ 'ਚ ਖਲੋ ਨਹੀਂ ਨਾ ਹੁੰਦਾ। ਇਹ ਤਾਂ ਇੱਕ ਸੂਰਜ ਦੀ ਧੁੱਪ ਹੈ। ਨਾਮ ਵਿਹੂਣੇ ਆਦਮੀਆਂ ਨੂੰ ਜੰਮ ਜਿਸ ਰਸਤਿਓਂ ਲੈ ਕੇ ਜਾਂਦੇ ਨੇ, ਉੱਥੇ ਕਰੋੜਾਂ ਸੂਰਜਾਂ ਦੀ ਤਪਸ਼ ਹੁੰਦੀ ਹੈ। ਸੂਰਜ ਤਪੈ। ਅਗਨ, ਅੱਗ ਦੇ ਸਾਗਰ ਨੇ, ਅੱਗ ਦੀਆਂ ਨਦੀਆਂ ਨੇ ਜਿਹੜੀਆਂ ਵਿੱਚੋਂ ਲੰਘਣੀਆਂ ਪੈਂਦੀਆਂ ਹਨ। ਬਿਖ ਝਾਲਾ, ਜਿਹੜੇ ਉੱਥੇ ਝਾਲਾ ਜੰਗਲ ਨੇ, ਦਰਖਤ ਨੇ, ਕਹਿੰਦੇ ਉਹ ਦਰਖਤ ਜ਼ਹਿਰ ਦੇ ਨਾਲ ਭਰੇ ਹੋਏ ਨੇ। ਉਹਨਾਂ ਨਾਲ ਮਾੜਾ ਜਿਹਾ ਛੂ ਜਾਏ ਤਾਂ ਭਿਆਨਕ ਕਸ਼ਟ ਨੂੰ ਪ੍ਰਾਪਤ ਹੁੰਦਾ ਹੈ। ਇਹੋ ਜਿਹੇ ਰਾਹ ਤੇ ਇਸ ਜੀਵ ਨੂੰ ਟੋਰ ਕੇ ਲੈ ਕੇ ਜਾਂਦੇ ਹਨ। ਆਪਤ ਪਸ਼ੂ ਮਨ ਮੁਖ ਬੇਤਾਲਾ। ਆਪਤ ਪਤ ਤੋਂ ਰਹਿਤ ਕਰਕੇ, ਬੇਇੱਜ਼ਤ ਕਰਕੇ, ਮਨਮੁਖ ਜੀਵ ਨੂੰ ਜਿਹੜਾ ਬੇਤਾਲਾ ਹੋਇਆ ਫਿਰਦਾ ਸੰਸਾਰ ਵਿੱਚ, ਬੌਰਾ ਤੇ ਫਾਵਾ ਹੋਇਆ ਫਿਰਦਾ, ਪਸ਼ੂ ਦੇ ਸਮਾਨ ਜ਼ਿੰਦਗੀ ਬਤੀਤ ਕਰਦਾ, ਇਹੋ ਜਿਹੇ ਜੀਵ ਨੂੰ ਜੰਮ ਬੇਪਤ ਕਰਕੇ, ਬੇਇੱਜ਼ਤ ਕਰਕੇ ਲੈ ਕੇ ਜਾਂਦੇ ਹਨ। ਆਪਤ, ਪਤ ਤੋਂ ਵਿਹੂਣਾ ਕਰਕੇ, ਬੇਇੱਜ਼ਤ ਕਰਕੇ, ਇਹੋ ਜਿਹੇ ਮਨਮੁਖਾਂ ਨੂੰ, ਬੇਤਾਲੇ ਜੀਵਾਂ ਨੂੰ, ਜਿਨ੍ਹਾਂ ਨੇ ਪਸ਼ੂਆਂ ਦੇ ਸਮਾਨ ਆਪਣੀ ਜ਼ਿੰਦਗੀ ਬਤੀਤ ਕੀਤੀ ਹੈ, ਉਹਨਾਂ ਨੂੰ ਜੰਮ ਲੈ ਕੇ ਜਾਂਦੇ ਹਨ। ਆਸਾ ਮਨਸਾ ਕੂੜ ਕਮਾਵੈ,
ਰੋਗ ਬੁਰਾ ਬੁਰਿਆਰਾ ਹੈ। ਮਨਮੁਖ ਆਸਾ ਤੇ ਮਨਸਾ ਵਿੱਚ ਲੱਗੇ ਹੋਏ ਝੂਠ ਹੀ ਕਮਾਉਂਦੇ ਨੇ, ਸਾਰੀ ਜ਼ਿੰਦਗੀ ਕੂੜ ਹੀ ਕਮਾਉਂਦੇ ਨੇ। ਉਹਨਾਂ ਨੂੰ ਹਉਮੈ ਦਾ ਬੁਰਾ ਰੋਗ ਲੱਗਾ ਹੋਇਆ, ਜਿਸ ਬੁਰੇ ਰੋਗ ਕਰਕੇ ਉਹ ਬੁਰਿਆਰ ਹੋ ਰਹੇ ਹਨ। ਮਸਤਕ ਭਾਰ ਕਲਰ ਸਿਰ ਭਾਰਾ, ਇਹਨਾਂ ਦੇ ਮੱਥੇ ਦੇ ਉੱਤੇ ਆਪਣੇ ਹੀ ਕੀਤੇ ਮਾੜੇ ਭੈੜੇ ਕਰਮਾਂ ਦਾ ਭਾਰ ਹੈ, ਔਰ ਉਸ ਭਾਰ ਥੱਲੇ ਉਹ ਦੱਬੇ ਰਹਿੰਦੇ ਹਨ। ਕਿਉ ਕਰ ਭਵਜਲ ਲੰਘ ਸਪਾਰਾ, ਜਿਸ ਭਾਵ ਸਾਗਰ ਤੋਂ ਕੱਲਿਆਂ ਤਰਨਾ ਔਖਾ ਹੁੰਦਾ ਤੇ ਸਿਰ ਤੇ ਭਾਰ ਦੀ ਪੰਡ ਚੁੱਕੀ ਹੋਵੇ ਤੇ ਕਿਵੇਂ ਤਰੇ। ਇੱਕ ਤਾਂ ਆਪਣਾ ਆਪ ਸਰੀਰ ਲੈ ਕੇ ਤਰਨਾ ਔਖਾ, ਫਿਰ ਸਿਰ ਤੇ ਚੁੱਕੀ ਹੋਵੇ ਪੰਡ ਪਾਪਾਂ ਦੀ, ਕਿਵੇਂ ਤਰੇ ਬਈ। ਮਹਾਰਾਜ ਜੀ ਕਹਿੰਦੇ ਬੜਾ ਔਖਾ ਹੈ। ਕਿਉਂ ਕਰ ਭਵਜਲ ਲੰਘਸ ਭਾਰਾ ਪਾਰਾ, ਕਹਿੰਦੇ ਜੇ ਸਿਰ ਤੇ ਭਾਰ ਲੱਦਾ ਹੋਇਆ ਆਪਣੇ ਮਾੜੇ ਭੈੜੇ ਕਰਮਾਂ ਦਾ, ਉਹ ਭਾਰ ਲੱਦ ਕੇ ਇਸ ਭਵ ਸਾਗਰ ਤੋਂ ਪਾਰ ਕਿਵੇਂ ਲੰਘੇ। ਸਤਿਗੁਰ ਬੋਹਿਥ ਆਦ ਜੁਗਾਦੀ, ਪਾਤਸ਼ਾਹ ਕਹਿੰਦੇ ਉਹ ਸੱਜਣਾ ਹਾਲੇ ਵੀ ਵੇਲਾ ਸੁਣ ਲੈ, ਮੇਰੇ ਸਤਿਗੁਰੂ ਜੀ ਜੁਗਾਂ ਜੁਗਾਂ ਤੋਂ ਜਹਾਜ਼ ਦੇ ਸਮਾਨ ਹਨ। ਵਾਹਿਗੁਰੂ। ਸਤਿਗੁਰ ਬੋਹਿਥ ਆਦ ਜੁਗਾਦੀ, ਸਤਿਗੁਰੂ ਜੀ ਆਦ ਮੁੱਢ ਤੋਂ ਹੀ ਜੁਗਾਂ ਜੁਗਾਂ ਤੋਂ ਹੀ ਜਹਾਜ਼ ਵਾਂਗੂ ਨੇ। ਆ ਜਿਹੜਾ ਭਵ ਸਾਗਰ ਹੈ ਨਾ, ਸੰਸਾਰ ਸਮੁੰਦਰ, ਇਹਦੇ ਤੋਂ ਲੰਘਣ ਵਾਸਤੇ ਸਤਿਗੁਰੂ ਜੀ ਬੋਹਿਥ ਨੇ, ਜਹਾਜ਼ ਨੇ, ਔਰ ਜੁਗਾਂ ਜੁਗਾਂ ਦੇ ਜਹਾਜ਼ ਹਨ। ਰਾਮ ਨਾਮ ਨਿਸਤਾਰਾ ਹੈ, ਸਤਿਗੁਰੂ ਜੀ ਆਪਣੇ ਸੇਵਕ ਨੂੰ ਰਾਮ ਨਾਮ ਦਾ ਆਸਰਾ ਬਖਸ਼ਦੇ ਨੇ, ਜਿਸ ਰਾਮ ਨਾਮ ਦੇ ਆਸਰੇ ਨਾਲ ਲੱਗ ਕੇ ਇਸ ਜੀਵ ਦਾ ਇਸ ਸੰਸਾਰ ਤੋਂ ਪਾਰ ਉਤਾਰਾ ਹੋ ਜਾਂਦਾ ਹੈ। ਰਾਮ ਨਾਮ ਨਿਸਤਾਰਾ ਹੈ, ਰਾਮ ਨਾਮ ਨਿਸਤਾਰਾ ਹੈ, ਰਾਮ ਨਾਮ ਨਿਸਤਾਰਾ ਹੈ, ਰਾਮ ਨਾਮ ਨਿਸਤਾਰਾ ਹੈ। ਸਤਿਗੁਰ ਬੋਹਿਥ ਆਦ ਜੁਗਾਦੀ, ਸਤਿਗੁਰ ਬੋਹਿਥ ਆਦ ਜੁਗਾਦੀ, ਸਤਿਗੁਰ ਬੋਹਿਥ ਆਦ ਜੁਗਾਦੀ, ਸਤਿਗੁਰ ਬੋਹਿਥ ਆਦ ਜੁਗਾਦੀ। ਰਾਮ ਨਾਮ ਨਿਸਤਾਰਾ ਹੈ, ਰਾਮ ਨਾਮ ਨਿਸਤਾਰਾ ਹੈ, ਰਾਮ ਨਾਮ ਨਿਸਤਾਰਾ ਹੈ, ਰਾਮ ਨਾਮ ਨਿਸਤਾਰਾ ਹੈ। ਸਤਿਗੁਰੂ ਜੀ ਜਹਾਜ਼ ਹਨ ਜੁਗਾਂ ਜੁਗਾਂ ਤੋਂ, ਔਰ ਰਾਮ ਦੇ ਨਾਮ ਦਾ ਆਸਰਾ ਦੇ ਕੇ ਆਪਣੇ ਜਹਾਜ਼ ਤੇ ਚੜ੍ਹਨ ਵਾਲਿਆਂ ਪਿਆਰਿਆਂ ਨੂੰ ਮਹਾਰਾਜ ਜੀ ਇਹ ਸੰਸਾਰ ਤੋਂ ਤਾਰ ਦਿੰਦੇ ਹਨ। ਪੁੱਤਰ ਕਲਤਰ ਜਗ ਹੇਤ ਪਿਆਰਾ, ਪੁੱਤਰ ਕਲਤਰ ਰਿਸ਼ਤੇਦਾਰ ਸਾਖ ਸੰਬੰਧੀ, ਇਸ ਜਗ ਦੇ ਨਾਲ ਜਿਹੜਾ ਹੇਤ ਹੈ, ਇਸ ਜਗ ਦੇ ਨਾਲ ਜਿਹੜਾ ਜੀਵ ਦਾ ਪਿਆਰ ਹੈ। ਮਾਇਆ ਮੋਹ ਪਸਰਿਆ ਪਾਸਾਰਾ, ਮਾਇਆ ਦੇ ਮੋਹ ਵਿੱਚ ਜੀਵ ਇਹੋ ਜਿਹਾ ਖਚਤ ਹੋਇਆ, ਪਸਰਿਆ ਪਾਸਾਰਾ, ਕਿ ਇਸ ਜੀਵ ਨੇ ਮਾਇਆ ਦੇ ਮੋਹ ਵਿੱਚ ਫਸ ਕੇ ਆਪਣਾ ਸਾਰਾ ਪਸਾਰਾ ਪਸਾਰਿਆ ਹੋਇਆ। ਜਮ ਕੇ ਫਾਹੇ ਸਤਿਗੁਰ ਤੋੜੇ, ਗੁਰਮੁਖ ਤਤ ਵਿਚਾਰਾ ਹੈ। ਜੰਮਾਂ ਦੇ ਫਾਹੇ ਜਿਹੜੇ ਜੀਵ ਨੂੰ ਪਏ ਹੋਏ ਨੇ ਨਾ, ਇਹ ਜੰਮਾਂ ਦੇ ਫਾਹੇ ਸਤਿਗੁਰੂ ਜੀ ਨੇ ਕਿਰਪਾ ਕਰਕੇ ਤੋੜੇ ਹਨ, ਸਤਿਗੁਰੂ ਜੀ ਨੇ ਤੋੜੇ ਹਨ। ਗੁਰਮੁਖ ਤਤ ਵਿਚਾਰਾ ਹੈ, ਗੁਰਮੁਖਾਂ ਨੇ ਤਤ ਦੀ ਵਿਚਾਰ ਕੀਤੀ ਹੈ। ਜੰਮਾਂ ਦੇ ਫਾਹੇ ਕੇਵਲ ਸਤਿਗੁਰਾਂ ਨੇ ਹੀ ਤੋੜਨੇ ਹਨ, ਗੁਰੂ ਬਿਨਾਂ ਜੰਮਾਂ ਤੋਂ ਮੁਕਤ ਨਹੀਂ ਹੋਇਆ ਜਾ ਸਕਦਾ। ਸਤਿਗੁਰੂ ਜੀ ਨੇ ਕਿਰਪਾ ਕਰਕੇ ਜੰਮਾਂ ਦੀਆਂ ਫਾਹੀਆਂ ਤੋੜੀਆਂ ਨੇ। ਗੁਰਮੁਖਾਂ ਨੇ ਆਪਣੇ ਹਿਰਦੇ 'ਚ ਤਤਵ ਗਿਆਨ ਦੀ ਵਿਚਾਰ ਕੀਤੀ ਹੈ।
ਕੂੜ ਮੁੱਠੀ ਚਾਲੈ ਬਹੁ ਰਾਹੀ। ਝੂਠ ਵਿੱਚ ਠੱਗੀ ਹੋਈ ਜੀਵ ਰੂਪੀ ਇਸਤਰੀ, ਚਾਲੈ ਬਹੁ ਰਾਹੀ, ਬਹੁਤਿਆਂ ਰਾਹਾਂ ਤੇ ਟੁਰਦੀ। ਉਹਦਾ ਇੱਕ ਰਾਹ ਨਹੀਂ ਹੁੰਦਾ, ਉਹਨੇ ਕਈ ਰਾਹਾਂ ਤੇ ਚੱਲਣਾ ਹੁੰਦਾ। ਜਿਹੜੇ ਮਨਮੁਖ ਨੇ, ਝੂਠ 'ਚ ਠੱਗੇ ਹੋਏ ਨੇ, ਉਹਨਾਂ ਦੀ ਇੱਕ ਪੱਗ ਡੰਡੀ ਨਹੀਂ, ਕਈ ਰਾਹ ਨੇ। ਕਦੇ ਕਾਮ ਦੇ ਰਾਹ ਤੇ ਟੁਰ ਪਏ, ਕਦੇ ਕ੍ਰੋਧ ਦੇ, ਕਦੇ ਲੋਭ ਦੇ, ਕਦੇ ਮੋਹ ਦੇ, ਕਦੇ ਹੰਕਾਰ ਦੇ, ਕਦੇ ਈਰਖਾ ਦੇ। ਮਨਮੁਖ ਦੇ ਕਈ ਰਾਹ ਹਨ। ਕੂੜ ਮੁੱਠੀ ਚਾਲੈ ਬਹੁ ਰਾਹੀ। ਹੁਣ ਜਿਹੜੀ ਜੀਵ ਰੂਪੀ ਇਸਤਰੀ ਬਹੁਤੇ ਰਾਹਾਂ ਤੇ ਟੁਰੀ ਫਿਰੇ, ਉਹ ਕਦੇ ਕਿਸੇ ਮੰਜ਼ਿਲ ਤੇ, ਕਦੇ ਕਿਸੇ ਟਿਕਾਣੇ ਤੇ ਨਹੀਂ ਪਹੁੰਚਦੀ। ਗੁਰਮੁਖ ਦਾ ਕੇਵਲ ਇੱਕੋ ਰਾਹ ਹੈ, ਔਰ ਉਹ ਹੈ ਗੁਰੂ ਦਾ ਦੱਸਿਆ ਰਸਤਾ। ਉਹ ਗੁਰਮੁਖ ਉਸ ਗਾਡੀ ਰਾਹ ਉਹਦਾ ਧਾਰਨੀ ਹੋ ਜਾਂਦਾ ਜਿਹੜਾ ਗੁਰੂ ਨੇ ਦੱਸਿਆ। ਕੇਵਲ ਇੱਕੋ ਰਾਹ ਤੇ ਟੁਰਦਾ। ਮਨਮੁਖ ਦੇ ਕਈ ਰਾਹ ਨੇ, ਉਹਨੇ ਕਈ ਰਾਹ ਧਾਰਨ ਕੀਤੇ ਹੋਏ ਨੇ, ਜੋ ਕਦੇ ਕਿਸੇ ਟਿਕਾਣੇ ਤੇ ਨਹੀਂ ਪਹੁੰਚਦਾ। ਮਨਮੁਖ ਦਾਜੈ ਪੜ ਪੜ ਪਾਹੀ। ਮਨਮੁਖ ਜੇ ਪੜ੍ਹੇ ਵੀ ਨਾ, ਪੜ੍ਹ ਵੀ ਲਵੇ ਬਹੁਤ ਕੁਝ, ਤੇ ਮਨਮੁਖ ਨੇ ਪੜ੍ਹ ਪੜ੍ਹ ਕੇ ਵੀ ਸੜਨਾ ਹੀ ਹੁੰਦਾ ਆਪਣੀ ਪੜ੍ਹਾਈ ਦੇ ਹੰਕਾਰ ਵਿੱਚ। ਵੈਸੇ ਤਾਂ ਪੜ੍ਹਨਾ ਭਲਾ, ਪੜ੍ਹਿਆ ਪਾਸ ਬੈਠਣਾ ਭਲਾ, ਪਰ ਜੋ ਅਸਲ ਵਿੱਚ ਪੜ੍ਹਿਆ ਹੋਵੇ, ਬਹੁਤੇ ਪੜ੍ਹ ਪੜ੍ਹ ਕੇ ਹੰਕਾਰ ਦੀ ਅੱਗ ਦੇ ਵਿੱਚ ਸੜਦੇ ਐ। ਔਰ ਪਾਤਸ਼ਾਹ ਕਹਿੰਦੇ ਆ ਇੱਥੇ, ਮਨਮੁਖਾਂ ਬਾਰੇ ਕਹਿ ਰਹੇ ਨੇ ਕਿ ਮਨਮੁਖ ਪੜ੍ਹ ਪੜ੍ਹ ਕੇ ਆਪਣੇ ਹੰਕਾਰ ਦੇ ਵਿੱਚ ਹੀ ਸੜਦਾ ਰਹਿੰਦਾ। ਦਾਜਾ ਕਹਿੰਦੇ ਨੇ, ਪਾਹੀ ਨਾਮ ਅੱਗ ਦਾ, ਦਾਜਾ ਨਾਮ ਸੜਨ ਦਾ। ਉਹ ਪੜ੍ਹ ਕੇ ਵੀ ਹੰਕਾਰ ਦੀ ਅੱਗ ਦੇ ਵਿੱਚ ਸੜਦਾ ਹੈ। ਅੰਮ੍ਰਿਤ ਨਾਮ ਗੁਰੂ ਵੱਡ ਦਾਣਾ। ਨਾਮ ਜਪੋ ਸੁਖ ਸਾਰਾ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਵੇ ਦੁਨੀਆਂ ਦੇ ਲੋਕੋ ਸੁਣੋ, ਪਰਮੇਸ਼ਰ ਦਾ ਨਾਮ ਅੰਮ੍ਰਿਤ ਦਾਤਾ ਹੈ। ਪਰਮੇਸ਼ਰ ਦੇ ਨਾਮ ਚੋਂ ਅੰਮ੍ਰਿਤ ਦੀ ਰੌਂ ਪੈਦਾ ਹੁੰਦੀ, ਪਰ ਇਸ ਨਾਮ ਅੰਮ੍ਰਿਤ ਦਾ ਦਾਤਾ ਹੈ ਗੁਰੂ। ਅੰਮ੍ਰਿਤ ਨਾਮ ਗੁਰੂ ਵੱਡ ਦਾਣਾ। ਗੁਰੂ ਵੱਡਾ ਦਾਨਾ, ਉਹਨੇ ਨਾਮ ਦੀ ਦਾਤ ਦੇਣੀ ਹੈ। ਨਾਮ ਜਪੋ ਸੁਖ ਸਾਰਾ ਹੈ। ਹੇ ਭਾਈ, ਪਰਮੇਸ਼ਰ ਦਾ ਨਾਮ ਜਪੋ, ਜਿਸ ਨਾਮ ਨੂੰ ਜਪ ਕੇ ਤੁਹਾਨੂੰ ਸਾਰ ਸੁਖ ਦੀ ਪ੍ਰਾਪਤੀ ਹੋਵੇਗੀ। ਵਾਹਿਗੁਰੂ। ਜਾਂ ਇਸ ਤਰ੍ਹਾਂ ਕਹਿ ਲਈਏ, ਜਿਸ ਨਾਮ ਨੂੰ ਜਪ ਕੇ ਤੁਹਾਨੂੰ ਸਾਰੇ ਸੁਖ ਪ੍ਰਾਪਤ ਹੋ ਜਾਣਗੇ। ਐਸਾ ਨਾਮ ਜਪੋ, ਐਸੇ ਨਾਮ ਦੀ ਕਮਾਈ ਕਰੋ। ਸਤਿਗੁਰ ਤੁਠਾ ਸੱਚ ਦਿਰੜਾਏ। ਇਹ ਭਾਈ, ਜਿਨ੍ਹਾਂ ਤੇ ਸਤਿਗੁਰੂ ਜੀ ਤੁਠਦੇ ਨੇ, ਕਿਰਪਾ ਦੇ ਘਰ ਵਿੱਚ ਆਉਂਦੇ ਹਨ, ਉਹਨਾਂ ਨੂੰ ਸੱਚ ਦ੍ਰਿੜ ਕਰਾਉਂਦੇ ਨੇ। ਸੱਚ ਕਿ ਸੱਚ ਕੀ ਹੈ, ਸੱਚ ਹਿਰਦੇ 'ਚ ਦ੍ਰਿੜ ਕਰਾਉਂਦੇ ਹਨ। ਸਭ ਦੁੱਖ ਮੇਟੇ ਮਾਰਗ ਪਾਏ। ਉਹਨਾਂ ਦੇ ਸਾਰੇ ਦੁੱਖ ਮੇਟ ਕੇ ਸਤਿਗੁਰੂ ਜੀ ਆਪਣੀ ਸ਼ਰਨ ਆਏ ਨੂੰ ਭਲੇ ਮਾਰਗ ਤੇ ਪਾਉਂਦੇ ਹਨ। ਕੰਡਾ ਪਾਏ ਨਾ ਗੱਡਈ ਮੂਲੇ। ਇਹੋ ਜਿਹਾ ਰਸਤਾ ਸਤਿਗੁਰੂ ਜੀ ਦੱਸਦੇ ਨੇ ਆਪਣੇ ਸੇਵਕ ਨੂੰ ਚੱਲਣ ਲਈ, ਜਿਸ ਰਸਤੇ ਵਿੱਚ ਇਹਦੇ ਪੈਰਾਂ ਵਿੱਚ ਕਿਤੇ ਵੀ ਕਾਮ ਕ੍ਰੋਧ ਆਦਿਕ ਵਿਕਾਰ ਦਾ ਕੰਡਾ ਨਹੀਂ ਲੱਗਦਾ। ਕੰਡਾ ਤੱਕ ਨਹੀਂ ਵੱਜਦਾ ਪੈਰ 'ਚ। ਇਹੋ ਜਿਹਾ ਭਲਾ ਰਾਹ ਦੇ ਨੇ। ਨਿਤਾਮ ਕਰਕੇ ਚੱਲਣ ਲੱਗੇ ਬੰਦਾ ਤੇ ਪੈਰ ਵਿੱਚ ਕੰਡਾ ਵੱਜਦਾ ਤੇ ਚੁੱਭਦਾ ਤੇ ਟੁਰ ਨਹੀਂ ਸਕਦਾ। ਜਿਉਂ-ਜਿਉਂ ਚਲੈ ਚੁਭੈ ਦੁਖ ਪਾਵੈ, ਜਮ ਕਾਲ ਸਹੈ ਸਿਰ ਡੰਡਾ ਹੈ। ਪਰ ਜੇ ਸਤਿਗੁਰੂ ਜੀ ਦੀ ਸ਼ਰਨ ਆ ਜਾਏ, ਸਤਿਗੁਰੂ ਜੀ ਇਹੋ ਜਿਹੇ ਰਸਤੇ ਤੇ ਪਾਉਂਦੇ ਨੇ ਕਿ ਇਹਦੇ ਪੈਰ ਵਿੱਚ ਮੂਲੋਂ ਹੀ ਕਿਤੇ ਕਾਮ ਕ੍ਰੋਧ ਆਦਿਕ ਵਿਕਾਰ ਦਾ ਕੰਡਾ ਉਹ ਨਹੀਂ ਗੱਡਈ। ਗੱਡਈ ਦਾ ਮਤਲਬ ਨਹੀਂ ਚੁੱਭਦਾ। ਹਾਂਜੀ, ਜਿਸ ਸਤਿਗੁਰ ਰਾਖਣ ਹਾਰਾ ਹੈ। ਜਿਹਨੂੰ ਸਤਿਗੁਰੂ ਜੀ ਰੱਖਣ ਹਾਰੇ ਹੋ ਕੇ ਰੱਖ ਲੈਂਦੇ ਨੇ, ਹੇ ਭਾਈ, ਉਹਦੇ ਮਾਰਗ ਦੇ ਵਿੱਚ, ਰਸਤੇ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਕੰਡਾ ਨਹੀਂ ਆਉਂਦਾ, ਕੋਈ ਅੜਚਣ ਨਹੀਂ ਆਉਂਦੀ।
ਜਿਹਨੂੰ ਸਤਿਗੁਰੂ ਜੀ ਰੱਖ ਲੈਣ, ਜਿਹਨੂੰ ਗੁਰੂ ਪਾਤਸ਼ਾਹ ਰੱਖ ਲੈਣ, ਉਹਨੂੰ ਕਿਸੇ ਵਿਕਾਰ ਦੇ ਕੰਡੇ ਨੂੰ ਮਹਾਰਾਜ ਜੀ ਉਹਦੇ ਤਨ ਤੇ ਚੁੱਭਣ ਨਹੀਂ ਦਿੰਦੇ, ਭਾਵ ਉਹਨੂੰ ਕੋਈ ਵਿਕਾਰ ਵਿਆਪਣ ਨਹੀਂ ਦਿੰਦੇ। ਖੇਹੂ ਖੇਹਰ ਲੈ ਤਨ ਛਿਜੈ। ਇਹ ਭਾਈ ਜਦੋਂ ਇਹ ਤਨ ਛਿਜਣਾ ਤੇ ਇਹਨੇ ਮਿੱਟੀ 'ਚ ਰਲ ਜਾਣਾ, ਕਾਹਦਾ ਹੰਕਾਰ ਕਰਦਾ? ਇਹਨੇ ਮਿੱਟੀ 'ਚ ਰਲ ਜਾਣਾ। ਜਦੋਂ ਇਹ ਤਨ ਛਿਜਣਾ ਤੂੰ ਖੇ ਵਿੱਚ ਰਲ ਜਾਣਾ। ਮਨਮੁਖ ਪਾਥਰ ਸੈਲ ਨਾ ਭੀਜੈ। ਜਿਹੜਾ ਮਨਮੁਖ ਹੈ ਨਾ, ਮਨਮੁਖ ਉਹ ਪੱਥਰ ਵਾਂਗੂ ਹੈ, ਸੈਲ ਨਾ ਭੀਜੈ। ਜਿਵੇਂ ਪੱਥਰ ਭਿੱਜਦਾ ਨਹੀਂ ਨਾ ਹੈ, ਜਿੰਨਾ ਮਰਜ਼ੀ ਉਹਦੇ ਤੇ ਪਾਣੀ ਪਈ ਜਾਏ, ਉਹਨੇ ਫਿਰ ਸੁੱਕੇ ਦਾ ਸੁੱਕਾ ਤੇ ਕਠੋਰ ਦਾ ਕਠੋਰ ਹੀ ਰਹਿਣਾ। ਮਨਮੁਖ ਦੀ ਪ੍ਰਵਿਰਤੀ ਇਹੋ ਜਿਹੀ ਹੈ, ਪੱਥਰ ਵਾਂਗੂ, ਉਹ ਕਦੇ ਨਹੀਂ ਭਿੱਜਦਾ, ਉਹਦਾ ਹਿਰਦਾ ਕਦੇ ਨਰਮ ਨਹੀਂ ਹੁੰਦਾ, ਉਹ ਪੱਥਰ ਵਾਂਗੂ ਹੀ ਰਹਿੰਦਾ। ਪੱਥਰ ਪਾਣੀ ਰੱਖੀਐ ਮਨ ਹੱਠ ਨਾ ਕੱਟੈ, ਏਦਾਂ ਦੀ ਬਿਰਤੀ ਹੈ ਮਨਮੁਖ ਦੀ। ਕਾਰਣ ਪਲਾਵ ਕਰੇ ਬਹੁ ਤੇਰੇ, ਨਰਕ ਸੁਰਗ ਅਵਤਾਰਾ ਹੈ। ਇਹੋ ਜਿਹੇ ਜਿਹੜੇ ਮਨਮੁਖ ਨੇ ਨਾ, ਉਹ ਬਥੇਰੇ ਕਰਨ ਪਲਾਵ ਕਰਦੇ। ਕਰਨ ਪਲਾਵ ਕਿਹਨੂੰ ਕਹਿੰਦੇ ਆ? ਕੀਰਣੇ ਪਾਉਣੇ। ਵੈਣ ਨਹੀਂ ਪਾਉਂਦੇ ਹੁੰਦੇ, ਜਿਵੇਂ ਕੋਈ ਮਰ ਜੇ ਤੇ ਬੀਬੀਆਂ ਰੋਂਦੀਆਂ ਕੁਰਲਾਉਂਦੀਆਂ, ਉਹਨੂੰ ਕਹਿੰਦੇ ਨੇ ਕਰਨ ਪਲਾਵ। ਕਹਿੰਦੇ ਮਨਮੁਖ ਜਿੰਨੇ ਮਰਜ਼ੀ ਕੀਰਣੇ ਪਾਈ ਜਾਏ, ਉਹ ਆਪਣੇ ਕੀਤੇ ਕਰਮਾਂ ਮੁਤਾਬਕ ਕਦੇ ਨਰਕਾਂ 'ਚ ਪੈਂਦਾ, ਤੇ ਜੇ ਕੋਈ ਮਾੜਾ ਮੋਟਾ ਕੋਈ ਚੰਗਾ ਕਰਮ ਹੈ ਤੇ ਉਹਦਾ ਫਲ ਸਵਰਗਾਂ ਵਿੱਚ ਮਿਲਦਾ ਹੈ। ਏਦਾਂ ਮੁੜ ਮੁੜ ਕੇ ਨਰਕਾਂ ਸਵਰਗਾਂ ਵਿੱਚ ਹੀ ਭਟਕਦਾ ਰਹਿੰਦਾ, ਭਰਮਦਾ ਰਹਿੰਦਾ। ਇਹਦੇ ਕੀਰਣੇ ਕੋਈ ਨਹੀਂ ਸੁਣਦਾ। ਮਾਇਆ ਬਿਖ ਭਯੰਗਮ ਨਾਲੇ। ਇਹ ਭਾਈ ਇਹ ਜਿਹੜੀ ਮਾਇਆ ਹੈ ਨਾ, ਇਹ ਜ਼ਹਿਰੀਲਾ ਨਾਗ ਹੈ। ਭਯੰਗਮ ਕਹਿੰਦੇ ਨੇ ਸੱਪ ਨੂੰ, ਬਿਖ ਕਹਿੰਦੇ ਨੇ ਜ਼ਹਿਰ ਨੂੰ। ਜ਼ਹਿਰੀਲਾ ਸੱਪ ਹੈ ਇਹ ਮਾਇਆ, ਇਹ ਜ਼ਹਿਰੀਲੀ ਸੱਪਣੀ ਹੈ ਜਿਹੜੀ ਜੀਵ ਦੇ ਨਾਲ ਹੈ। ਇਨ ਦੁਬਦਾ ਕਰ ਬਹੁਤੇ ਗਾਲੇ। ਇਸ ਮਾਇਆ ਕਰਕੇ ਜੀਵ ਦੁਬਦਾ ਵਿੱਚ ਲੱਗਾ ਹੋਇਆ ਹੈ, ਔਰ ਇਸ ਮਾਇਆ ਦੇ ਵਿੱਚ ਦੁਬਦਾ ਵਿੱਚ ਲੱਗੇ ਹੋਏ ਬਹੁਤੇ ਘਰ ਇਸ ਦੁਬਦਾ ਨੇ ਗਾਲ ਕੇ ਰੱਖ ਦਿੱਤੇ ਨੇ। ਜਿੱਥੇ ਦੁਬਦਾ ਆ ਗਈ ਉਹ ਘਰ ਗਲ ਜਾਂਦਾ। ਜਿੱਥੇ ਪਤੀ ਦੇ ਮਨ ਵਿੱਚ ਪਤਨੀ ਪ੍ਰਤੀ, ਪਤਨੀ ਦੇ ਮਨ 'ਚ ਪਤੀ ਪ੍ਰਤੀ, ਭਰਾ ਦੇ ਮਨ 'ਚ ਭਰਾ ਪ੍ਰਤੀ, ਜਿੱਥੇ ਦੁਬਦਾ ਆ ਜੇ ਉਹ ਘਰ ਗਲ ਜਾਂਦਾ। ਇਸ ਮਾਇਆ ਦੇ ਮੋਹ ਵਿੱਚ ਮਸਤ ਹੋਏ ਜੀਵ ਦੁਬਦਾ ਵਿੱਚ ਲੱਗੇ ਨੇ, ਔਰ ਇਸ ਦੁਬਦਾ ਨੇ ਬਹੁਤੇ ਘਰ ਗਾਲ ਕੇ ਰੱਖ ਦਿੱਤੇ ਹਨ। ਸਤਿਗੁਰ ਬਾਝੋ ਪ੍ਰੀਤ ਨਾ ਉਪਜੈ, ਭਗਤ ਰਤੇ ਪਤਿਆਰਾ ਹੈ। ਇਹ ਭਾਈ ਸਤਿਗੁਰਾਂ ਤੋਂ ਬਿਨਾਂ ਇਹਦੇ ਹਿਰਦੇ 'ਚ ਪ੍ਰੇਮ ਨਹੀਂ ਉਪਜਦਾ। ਗੁਰੂ ਬਿਨਾਂ ਪਰਮੇਸ਼ਰ ਦੀ ਪ੍ਰੀਤ ਨਹੀਂ ਉਪਜਦੀ। ਜਿਨ੍ਹਾਂ ਅੰਦਰ ਭਗਤੀ ਦਾ ਪ੍ਰੇਮ ਭਾਵ ਜਾਗ ਪੈਂਦਾ, ਉਹ ਭਗਤ ਰਤੇ ਪਤਿਆਰਾ ਹੈ। ਉਹ ਪਰਮੇਸ਼ਰ ਦੀ ਭਗਤੀ 'ਚ ਰੰਗੇ ਹੋਏ ਪਤੀਜ ਜਾਂਦੇ ਹਨ। ਸਾਕਤ ਮਾਇਆ ਕਉ ਬਹੁਤਾਵੈ। ਜਿਹੜੇ ਸਾਕਤ ਨੇ ਉਹਨਾਂ ਨੇ ਮਾਇਆ ਪਿੱਛੇ ਹੀ ਦੌੜਨਾ, ਉਹਨਾਂ ਅੰਦਰ ਕੇਵਲ ਮਾਇਆ ਦੀ ਪਕੜ ਹੈ ਤੇ ਮਾਇਆ ਪਿੱਛੇ ਹੀ ਭਜਦੇ ਹਨ। ਨਾਮ ਵਿਸਾਰ ਕਹਾਂ ਸੁਖ ਪਾਵੈ। ਪਰਮੇਸ਼ਰ ਦੇ ਨਾਮ ਨੂੰ ਵਿਸਾਰ ਕੇ ਇਹ ਜੀਵ ਕਿੱਥੇ ਸੁਖ ਪਾ ਸਕਦੇ ਹਨ? ਪਰਮੇਸ਼ਰ ਦੇ ਨਾਮ ਨੂੰ ਵਿਸਾਰ ਕੇ ਜੀਵ ਕਿਤੇ ਵੀ ਸੁਖ ਪ੍ਰਾਪਤ ਨਹੀਂ ਕਰ ਸਕਦਾ। ਤ੍ਰਿਹੋ ਗੁਣ ਅੰਤਰ ਖਪੈ ਖਪਾਵੈ, ਨਾਹੀ ਪਾਰ ਉਤਾਰਾ ਹੈ। ਤਿੰਨਾਂ ਗੁਣਾਂ ਦੇ ਵਿੱਚ ਫਸਿਆ ਹੋਇਆ ਇਹ ਜੀਵ ਆਪ ਖਪਦਾ ਤੇ ਦੂਜਿਆਂ ਨੂੰ ਖਪਾਉਂਦਾ। ਨਾਹੀ ਪਾਰ ਉਤਾਰਾ ਹੈ। ਇਹੋ ਜਿਹੇ ਜੀਵ ਦਾ ਕਦੇ ਵੀ ਪਾਰ ਉਤਾਰਾ ਨਹੀਂ ਹੁੰਦਾ। ਮਾਰੂ ਸੋਲ੍ਹੇ ਸ਼ਬਦਾਂ ਦੀ ਇਹ ਵਿਸ਼ੇਸ਼ਤਾ ਹੈ ਕਿ ਪਾਤਸ਼ਾਹ ਜਦੋਂ ਬੰਦ ਉਚਾਰਨ ਕਰਦੇ ਨੇ ਤੇ ਪਹਿਲੀਆਂ ਪੰਕਤੀਆਂ ਨਾਲੋਂ ਅਖੀਰਲੀ ਜਿਹੜੀ ਪੰਕਤੀ ਹੈ ਉਹ ਲਮੇਰੀ ਕਰਕੇ ਛੰਦ ਦੀ ਬੜੀ ਸੁੰਦਰ ਚਾਲ ਬਣਾਉਂਦੇ ਹਨ। ਜਿਵੇਂ ਪਿੱਛੇ ਪੰਕਤੀਆਂ ਆ ਰਹੀਆਂ ਹਨ, ਸਾਕਤ ਮਾਇਆ ਕੋ ਬਹੁ ਧਾਵੈ, ਨਾਮ ਵਿਸਾਰ ਕਹਾਂ ਸੁਖ ਪਾਵੈ, ਤ੍ਰਿ ਗੁਣ ਅੰਤਰ ਖਪੈ ਖਪਾਵੈ, ਨਾਹੀ ਪਾਰ ਉਤਾਰਾ ਹੈ। ਇਹੋ ਜੀ ਸੋਹਣੀ ਚਾਲ ਨਾਲ
ਇਹ ਪਾਵਨ ਬਾਣੀ ਦਾ ਜਾਪ ਕੀਤਾ ਜਾਂਦਾ ਤੇ ਰਸ ਹਿਰਦੇ 'ਚ ਭਰ ਜਾਂਦਾ ਹੈ। ਬੜੀ ਸੋਹਣੀ ਛੰਦਾਂ ਦੀ ਪਾਤਸ਼ਾਹ ਬਣਤਰ ਬਣਾਉਂਦੇ, ਕਹਿੰਦੇ ਭਾਈ ਤਿੰਨਾਂ ਗੁਣਾਂ ਦੇ ਅੰਦਰ ਫਸੇ ਹੋਏ ਜੀਵ ਆਪ ਖਪਦੇ ਨੇ, ਦੂਜਿਆਂ ਨੂੰ ਖਪਾਉਂਦੇ ਐ, ਉਹਨਾਂ ਦਾ ਕਦੇ ਵੀ ਪਾਰ ਉਤਾਰਾ ਨਹੀਂ ਹੁੰਦਾ। ਕੂਕਰ ਸੂਕਰ ਕਹੀਐ ਕੂੜਿਆਰਾ। ਪਾਤਸ਼ਾਹ ਕਹਿੰਦੇ ਜਿਹੜੇ ਝੂਠੇ ਨੇ ਨਾ, ਉਹ ਹੈਣ ਭਾਵੇਂ ਬੰਦਿਆਂ ਦੇ ਸਰੀਰਾਂ 'ਚ, ਪਰ ਉਹਨਾਂ ਦੀਆਂ ਬਿਰਤੀਆਂ ਕੁੱਤਿਆਂ ਤੇ ਸੂਰਾਂ ਵਾਲੀਆਂ ਗੰਦੀਆਂ ਤੇ ਨੀਚ ਹਨ। ਵਾਹਿਗੁਰੂ। ਕੂਕਰ ਸੂਕਰ ਕਹੀਐ ਕੂੜਿਆਰਾ। ਜਿਹੜਾ ਕੂੜਿਆਰ ਝੂਠਾ ਮਨੁੱਖ ਹੈ, ਉਹ ਕੂਕਰ ਤੇ ਸੂਕਰ ਦੇ ਸਮਾਨ ਕਹੇ ਜਾ ਸਕਦੇ ਹਨ। ਭੌਕ ਮਰਹਿ ਭਉ 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 ਹਾਰਾ। ਇਹੋ ਜਿਹੇ ਜਿਹੜੇ ਮਨਮੁਖ ਲੋਕ ਨੇ, ਇਸ ਸੰਸਾਰ ਦੇ ਵਿੱਚ ਭਉ ਡਰ ਸਹਿਤ, ਭਉ ਡਰ ਸਹਿਤ ਭਉ ਭੌਂਕਦੇ ਹਨ, ਔਰ ਭੌਂਕਦਿਆਂ ਭੌਂਕਦਿਆਂ ਭਉ ਹਾਰਾ। ਆਪਣੀ ਜ਼ਿੰਦਗੀ ਨੂੰ ਹਾਰ ਜਾਂਦੇ ਨੇ, ਆਪਣੇ ਜਨਮ ਨੂੰ ਹਾਰ ਜਾਂਦੇ ਹਨ। ਮਨ ਤਨ ਝੂਠੇ ਕੂੜ ਕਮਾਵਹਿ ਦੁਰਮਤ ਦਰਗਹਿ ਹਾਰਾਏ। ਉਹਨਾਂ ਦੇ ਮਨ ਤੇ ਤਨ ਵਿੱਚ ਝੂਠ ਹੈ ਤੇ ਝੂਠ ਹੀ ਕਮਾਉਂਦੇ ਆ। ਔਰ ਇਹੋ ਜਿਹੇ ਜਿਹੜੇ ਦੁਰਮਤੀ ਮਾੜੀ ਮੱਤ ਵਾਲੇ ਲੋਕ ਨੇ, ਉਹ ਨਿਰੰਕਾਰ ਦੀ ਦਰਗਾਹ ਵਿੱਚ ਹਾਰ ਜਾਂਦੇ ਹਨ। ਸਤਿਗੁਰ ਮਿਲੈ ਤਾਂ ਮਨੁਆ ਟੇਕੈ। ਪਾਤਸ਼ਾਹ ਕਹਿੰਦੇ ਜਿਨ੍ਹਾਂ ਨੂੰ ਸਤਿਗੁਰੂ ਜੀ ਮਿਲਣ, ਉਹਨਾਂ ਦਾ ਮਨ ਟਿਕ ਜਾਂਦਾ, ਉਹਨਾਂ ਦਾ ਮਨ ਇਕਾਗਰ ਹੋ ਜਾਂਦਾ ਹੈ। ਰਾਮ ਨਾਮ ਦੇ ਸਰਣ ਪਰੇਕੈ। ਉਹ ਆਪਣੇ ਮਾਲਕ ਦੀ ਸ਼ਰਨ ਪਰੇ ਕੈ, ਸ਼ਰਨ ਪੈ ਕੇ ਉਹ ਜਦੋਂ ਸ਼ਰਨ ਪੈਂਦੇ ਆ ਤੇ ਸਤਿਗੁਰੂ ਜੀ ਉਹਨਾਂ ਨੂੰ ਰਾਮ ਦੇ ਨਾਮ ਦੀ ਦਾਤ ਬਖਸ਼ਦੇ ਹਨ। ਹਰ ਧਨ ਨਾਮ ਅਮੋਲਕ ਦੇਵੈ ਹਰ ਜਸ ਦਰਗਹਿ ਪਿਆਰਾ ਹੈ। ਹਰੀ ਦਾ ਨਾਮ ਧਨ ਅਮੋਲਕ ਹੈ ਭਾਈ। ਇਹ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੀ ਦਰਗਾਹ ਵਿੱਚ ਜਸ ਦੇਣ ਵਾਲਾ ਪਿਆਰਾ ਨਾਮ ਹੈ। ਰਾਮ ਨਾਮ ਸਾਧੂ ਸਰਣਾਈ। ਇਹ ਪ੍ਰਭੂ ਜਿਹੜੇ ਰਾਮ ਨਾਮ ਨੂੰ ਆਸਰਾ ਲੈ ਕੇ ਰਾਮ ਨਾਮ ਦੇ ਜਾਪ ਨੂੰ ਜਪਣ ਵਾਲੇ ਹਨ, ਸਾਧੂ ਸਰਣਾਈ, ਉਹ ਸਾਧੂ ਭਾਵ ਗੁਰੂ ਦੀ ਸ਼ਰਨ 'ਚ ਪੈ ਜਾਂਦੇ ਹਨ। ਸਤਿਗੁਰ ਬਚਨੀ ਗਤ ਮਿਤ ਪਾਈ। ਗੁਰੂ ਕੇ ਪਿਆਰਿਆਂ ਨੇ ਗੁਰੂ ਕੇ ਬਚਨਾਂ ਦੀ ਪਾਲਣਾ ਕਰਕੇ ਪਰਮੇਸ਼ਰ ਦੀ ਗਤ ਮਿਤ ਮਰਿਆਦਾ ਨੂੰ ਜਾਣ ਲਿਆ ਹੈ। ਨਾਨਕ ਹਰ ਜਪ ਹਰ ਮਨ ਮੇਰੇ ਹਰ ਮੇਲੇ ਮਿਲਣ ਹਾਰਾਏ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਫਰਮਾਉਂਦੇ ਆ, ਹਰੀ ਦੇ ਜਾਪ ਨੂੰ ਜਪੋ ਹੈ ਮੇਰੇ ਮਨ। ਸਤਿਗੁਰੂ ਸੱਚੇ ਪਾਤਸ਼ਾਹ ਦਾ ਅੰਮ੍ਰਿਤ ਨਾਮ ਹੀ ਹੈ ਜਿਹੜਾ ਤੈਨੂੰ ਪਰਮੇਸ਼ਰ ਨਾਲ ਮੇਲਣੇ ਵਾਲਾ ਹੈ। ਸਤਿਗੁਰੂ ਜੀ ਕਿਰਪਾ ਕਰਨੇ ਪਾਵਨ ਪਵਿੱਤਰ ਗੁਰਬਾਣੀ ਦੀ ਪਾਵਨ ਵਿਚਾਰ ਸਾਡੇ ਸਾਰਿਆਂ ਦੇ ਹਿਰਦਿਆਂ 'ਚ ਵਸ ਜਾਵੇ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ
ਤੁਮਰੀ ਗਤ ਮਿਤ ਤੁਮ ਹੀ ਜਾਨੀ, ਨਾਨਕ ਤੁਮਰੀ ਗਤ ਮਿਤ ਤੁਮ ਹੀ ਜਾਨੀ। ਬੋਲੋ ਜੀ ਵਾਹਿਗੁਰੂ। ਇੱਕ ਓੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਉਤੀ ਜੀ ਸਹਾਇ। ਵਾਰ ਸ਼੍ਰੀ ਭਗਉਤੀ ਜੀ ਕੀ ਪਾਤਸ਼ਾਹੀ 10ਵੀਂ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ। ਅਰਜਨ ਹਰ ਗੋਬਿੰਦਨੋ ਸਿਮਰੋ ਸ਼੍ਰੀ ਹਰਿ ਰਾਇ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਆ, ਘਰ ਨਉ ਨਿਧਿਆਵੈ ਧਾਇ। ਸਭ ਥਾਈ ਹੋਏ ਸਹਾਇ। 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ। 10 ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ 40 ਮੁਕਤਿਆਂ ਹੱਠੀਆਂ ਜਪੀਆਂ ਤਪੀਆਂ। ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇ ਗਵਾਹੀ ਦੇਖ ਕੇ ਅਣ ਡਿਠ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿਤ ਸੀਸ ਦਿੱਤੇ, ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ। ਤਨਾਰਿਆਂ ਨਾਲ ਆਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ। ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ। ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ। ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ। ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ ਮਤ ਪਤ ਦਾ ਰਾਖਾ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਧਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ, ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀ। ਆਪ ਜੀ ਦੇ ਹਜੂਰ ਅਰਦਾਸ ਬੇਨਤੀ ਹੈ ਜੀ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਓ। ਆਪ ਜੀ ਦੇ ਪਾਵਨ ਸਥਾਨ ਗੁਰਦੁਆਰਾ ਸ੍ਰੀ ਦੁਖ ਨਿਵਾਰਨ ਸਾਹਿਬ ਜੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਦੇ ਸੁੰਦਰ ਸੱਚਖੰਡ ਸਜੇ ਦੀਵਾਨਾਂ ਅੰਦਰ
ਆਸਾ ਜੀ ਦੀ ਵਾਰ ਦੇ ਸੰਪੂਰਨ ਸ਼ਬਦ ਕੀਰਤਨ 6 ਪੌੜੀਆਂ ਆਨੰਦ ਸਾਹਿਬ ਜੀ ਦੀਆਂ ਗਾਇਨ ਹੋਈਆਂ ਹਨ ਜੀ। ਉਪਰੰਤ ਪਾਤਸ਼ਾਹ ਜੀ ਆਪ ਜੀਆਂ ਦੇ ਅੰਮ੍ਰਿਤ ਵੇਲੇ ਦੇ ਬਖਸ਼ੇ ਸ੍ਰੀ ਮੁਖ ਵਾਕ ਦੀ ਵਿਚਾਰ ਹੋਈ ਹੈ ਜੀ। ਸਮੁੱਚੀ ਸੇਵਾ ਨਿਭਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ, ਅੱਗੇ ਤੋਂ ਸਮਤ ਬਖਸ਼ਣੀ। ਪੜੀ ਸੁਣੀ ਬਾਣੀ ਦਾ ਭਾਵ ਸਮੁੱਚੀਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਜੀ। ਦਰੋਂ ਘਰੋਂ ਗੁਰਸਿੱਖੀ ਸਿਦਕ ਭਰੋਸਾ ਦਾਨ ਬਖਸ਼ਣਾ ਜੀ। ਕਿਰਪਾ ਕਰਨੀ ਸੰਗਤਾਂ ਦੀਆਂ ਹਾਜ਼ਰੀਆਂ, ਤਿਲ ਫੁੱਲ ਭੇਟਾਵਾਂ, ਤਨ ਮਨ ਧਨ ਨਾਲ ਕੀਤੀਆਂ ਸੇਵਾਵਾਂ। ਭੇਟਾ ਕੀਤਾ ਕੜਾ ਪ੍ਰਸ਼ਾਦ, ਦਰ ਤੇ ਪ੍ਰਵਾਨ ਕਰਨਾ ਜੀ। ਸ਼ੁਭ ਮਨੋਰਥ ਪੂਰੇ ਕਰਨੇ, ਯਾਤਰਾ ਸਫਲ ਕਰਨੀ, ਕਾਰਜ ਰਸ ਕਰਨੇ ਜੀ। ਆਪ ਜੀ ਦੇ ਹਜੂਰ ਕੜਾ ਪ੍ਰਸ਼ਾਦੀ ਦੇਗ ਸਜ ਕੇ ਹਾਜ਼ਰ ਹੈ। ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ। ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੀ। ਸੰਗਤਾਂ ਨੂੰ ਸ਼੍ਰੀ ਮੁਖ ਵਾਕ ਬਖਸ਼ ਕੇ ਕਿਰਤਾਰਥ ਕਰੋ। ਸਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿੱਤ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ। ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕੋ ਮਿਲ ਬੋਚਾ। ਰਾਜ ਕਰੇਗਾ ਖਾਲਸਾ, खुआर हुए सब मिलेंगे। राज करेगा खालसा, खुआर हुए सब मिलेंगे। बोले सो निहाल। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤੂੰ ਚੋ ਸੱਜਣ ਮੈਂਡਿਆ, ਢੇਈ ਸਿਸ ਉਤਾਰ। ਨੈਣ ਮਹੰਜੇ ਤਰਸ ਦੇ, ਕਦ ਪਸੀਂ ਦੀਦਾਰ। ਦਰਸ਼ਨ ਪਿਆਸੀ ਦਿਨ ਸਰਾਤ, ਚਿਤਵੋ ਅਨ ਦਿਨ ਨੀਤ। ਖੋਲ ਕਪਟ ਗੁਰ ਮੇਲੀਆ, ਨਾਨਕ ਹਰ ਸੰਗ ਮੀਤ। ਸੋ ਕਹੋ ਟਲ ਗੁਰ ਸੇਵੀਐ, ਅਹਨਸ ਸਹਜ। ਦਰਸ਼ਨ ਪਰਸੈ ਗੁਰੂ ਕੈ, ਜਨਮ ਮਰਨ ਹੋਵੈ ਸਿਫਤ ਖਸਮ ਦੇ। ਨੂਰ ਅਰਸੋਂ ਕੁਰਸੋਂ, ਤੁਧ ਡਿਠੇ ਸੱਚੇ ਪਾਤਸ਼ਾਹ। ਮਲ ਜਨਮ ਜਨਮ ਦੇ, ਸੱਜਣ ਸੱਚਾ
ਸਿਰ ਸਾਹਾਂਦੈ। ਜਿਸ ਪਾਸ ਬੈਠਿਆ ਸੋਹੀਐ ਸਭਨਾਂ ਦਾ। ਸਤਨਾਮ। ਸ਼੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਪਹਿਲਾ। ਅਸਰ ਸੰਘਾਰਣ RAM ਹਮਾਰਾ। ਘਟ ਘਟ ਰਮਈਆ RAM ਪਿਆਰਾ। ਅਸਰ ਸੰਘਾਰਣ RAM ਹਮਾਰਾ। ਘਟ ਘਟ ਰਮਈਆ RAM ਪਿਆਰਾ। ਨਾਲੇ ਅਲਖ ਨ ਲਖੀਐ ਮੂਲੇ ਗੁਰਮੁਖ ਲਿਖ ਵਿਚਾਰਾ ਹੈ। ਗੁਰਮੁਖ ਸਾਧੂ ਸਰਣ ਤੁਮਾਰੀ। ਕਰ ਕਿਰਪਾ ਪ੍ਰਭ ਪਾਰ ਉਤਾਰੀ। ਅਗਨ ਪਾਣੀ ਸਾਗਰ ਅਤ ਗਹਿਰਾ। ਗੁਰ ਸਤਿਗੁਰ ਪਾਰ ਉਤਾਰਾ ਹੈ। ਮਨ ਮੁਖ ਅੰਧਲੇ ਸੋਜੀ ਨਾਹੀ। ਆਵਹਿ ਜਾਹੇ ਮਰਹਿ ਮਰ ਜਾਹੀ। ਪੂਰਬ ਲਿਖਿਆ ਲੇਖ ਨ ਮਿਟਈ। ਜਮਦਰ ਅੰਧ ਖੁਆਰਾ ਹੈ। ਇਕ ਆਵਹਿ ਜਾਵਹਿ ਘਰ ਵਾਸ ਨ ਪਾਵਹਿ। ਕਿਰਤ ਕੇ ਬਾਧੇ ਪਾਪ ਕਮਾਵਹਿ। ਅੰਧਲੇ ਸੋਜੀ ਬੂਝ ਨ ਕਾਈ। ਲੋਭ ਬੁਰਾ ਅਹੰਕਾਰਾ ਹੈ। ਫਿਰ ਬਿਨ ਕਿਆ ਤਿਸ ਧਨ ਸੀਗਾਰਾ। ਪਰ ਫਿਰ ਰਾਤੀ ਖਸਮ ਵਿਸਾਰਾ। ਜਿਉ ਬੇਸਵਾ ਪੂਤ ਬਾਪ ਕੋ ਕਹੀਐ। ਤਿਉ ਫੋਕਟ ਕਾਰ ਵਿਕਾਰਾ ਹੈ। ਪ੍ਰੇਤ ਪਿੰਜਰ ਮਹਿ ਦੁਖ ਕਨੇਰੇ। ਨਰਕ ਪਚਹਿ ਅਗਿਆਨ ਅੰਧੇਰੇ। ਧਰਮ ਰਾਏ ਕੀ ਬਾਕੀ ਲੀਜੈ। ਜਿਨ ਹਰ ਕਾ ਨਾਮ ਵਿਸਾਰਾ ਹੈ। ਸੂਰਜ ਤਪੈ ਅਗਨ ਬਿਖ ਝਾਲਾ। ਅਪਤ ਪਸ਼ੂ ਮਨ ਮੁਖ ਬੇਤਾਲਾ। ਆਸਾ ਮਨਸਾ ਕੂੜ ਕਮਾਵਹਿ। ਰੋਗ ਬੁਰਾ ਬੁਰਿਆਰਾ ਹੈ। ਮਸਤਕ ਭਾਰ ਕੱਲਰ ਸਿਰ ਭਾਰਾ। ਕਿਉ ਕਰ ਭਵ ਜਲ ਲੰਗਸ ਪਾਰਾ। ਸਤਿਗੁਰ ਬੋਹਿਥ ਆਦ ਜੁਗਾਦੀ। RAM ਨਾਮ ਨਿਸਤਾਰਾ ਹੈ। ਪੁੱਤਰ ਕਲਤਰ ਜਗ ਹੇਤ ਪਿਆਰਾ। ਮਾਇਆ ਮੋਹ ਪਸਰਿਆ ਪਾਸਾਰਾ। ਜਮ ਕੇ ਫਾਹੇ ਸਤਿਗੁਰ ਤੋੜੇ। ਗੁਰਮੁਖ ਤਤ ਵਿਚਾਰਾ ਹੈ। ਕੂੜ ਮੁੱਠੀ ਚਾਲੈ ਬਹੁ ਰਾਹੀ। ਮਨ ਮੁਖ ਦਾਜੈ ਪੜ ਪੜ ਭਾਹੀ। ਅੰਮ੍ਰਿਤ ਨਾਮ ਗੁਰੂ ਵਡ ਦਾਣਾ। ਨਾਮ ਜਪੋ ਸੁਖ ਸਾਰਾ ਹੈ। ਸਤਿਗੁਰ ਤੁਠਾ ਸਚ ਦਿਰੜਾਏ। ਸਭ ਦੁਖ ਮੇਟੇ ਮਾਰਗ ਪਾਏ। ਕੰਡਾ ਪਾਏ ਨ ਗੱਡਈ ਮੂਲੇ। ਜਿਸ ਸਤਿਗੁਰ ਰਾਖਣ ਹਾਰਾ ਹੈ। ਖੇਹੂ ਖੇਰ ਲੈ ਤਨ ਛੀਜੈ। ਮਨ ਮੁਖ ਪਾਥਰ ਸੈਲ ਨ ਭੀਜੈ। ਕਰਨ ਪਲਾਵ ਕਰੇ ਬਹੁ ਤੇਰੇ। ਨਰਕ ਸੁਰਗ ਅਵਤਾਰਾ ਹੈ। ਮਾਇਆ ਬਿਖ ਭੁਯੰਗਮ ਨਾਲੇ। ਇਨ ਦੁਬਦਾ ਘਰ ਬਹੁਤੇ ਗਾਲੇ। ਸਤਿਗੁਰ ਬਾਝੋ ਪ੍ਰੀਤ ਨ ਉਪਜੈ। ਭਗਤ ਰਤੇ ਪਤਿਆਰਾ ਹੈ। ਸਾਕਤ ਮਾਇਆ ਕੋ ਬਹੁ ਧਾਵਹਿ। ਨਾਮ ਵਿਸਾਰ ਕਹਾਂ ਸੁਖ ਪਾਵਹਿ। ਤ੍ਰਿਹ ਗੁਣ ਅੰਤਰ ਖਪੈ ਖਪਾਵਹਿ। ਨਾਹੀ ਪਾਰ ਉਤਾਰਾ ਹੈ। ਕੂਕਰ ਸੂਕਰ ਕਹੀਐ ਕੁੜਿਆਰਾ। ਭੌਕ ਮਰਹਿ ਪਾਉ 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 ਹਾਰਾ। ਮਨ ਤਨ ਝੂਠੇ ਕੂੜ ਕਮਾਵਹਿ। ਦੁਰਮਤ ਦਰਗਹ ਹਾਰਾ ਹੈ। ਸਤਿਗੁਰ ਮਿਲੈ ਤਾ ਮਨੁਆ ਟੇਕੈ।
राम नाम दे शरण परे कै, हर तन नाम अमोलक देव, हर जस दरगह प्यारा है। राम नाम साधु सरणाई, सतगुर बचनी गत मित पाई, नानक हर जप हर मन मेरे, हर मेले मेलन हारा है। राम नाम साधु सरणाई, सतगुर बचनी गत मित पाई, नानक हर जप हर मन मेरे, हर मेले मेलन हारा है। वाहेगुरु जी का खालसा, वाहेगुरु जी की फतेह। जपो सतनाम वाहेगुरु जी का खालसा, वाहेगुरु जी की फतेह। वाहिगुरु। वाहिगुरु वाहिगुरु। वही गुरु जी आए प्रभु शरणागति, कृपा निध दया, एक अखर हर मन बस्त, नानक होत निहाल। तू मेरो मेर पर्वत स्वामी, ओट गही मैं तेरी